ਅੱਜ ਆਪਾਂ 107 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। ਮਾਝ ਮਹੱਲਾ ਪੰਜਵਾਂ, ਜਿਹੜੀ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਹੈਗੇ ਆ, ਇਹ ਛੈਬਰ ਲਾਈ ਹੋਈ ਹੈ ਮਹਾਰਾਜ ਨੇ ਗਿਆਨ ਦੀ, ਸ਼ਬਦਾਂ ਦੀ। ਉਹ 36ਵਾਂ ਸ਼ਬਦ ਲੈ ਰਹੇ, 43 ਸ਼ਬਦ ਹੈਗੇ ਸੀਰੀਅਲ ਵਾਈਜ਼, ਜਿਹੜੇ 43ਵਾਂ ਹੈਗਾ। 7 ਜਿਹੜੇ ਹੈਗੇ ਚੌਥੀ ਪਾਤਸ਼ਾਹੀ ਦੇ ਹੈਗੇ। 50 ਤੇ ਜਾ ਕੇ ਜਿਹੜਾ ਹੈਗਾ ਇੱਕ ਟੌਪਿਕ ਜਿਹੜਾ ਬਦਲੇਗਾ। ਮਹਾਰਾਜ ਮਿਹਰ ਕਰਨ ਜੀ। ਮਾਝ ਮਹੱਲਾ ਪੰਜਵਾਂ। ਕੀਨੀ ਦਇਆ ਗੋਪਾਲ ਗੁਸਾਈ। ਕੀਨੀ ਦਇਆ ਗੋਪਾਲ ਗੁਸਾਈ। गुर के चरण वसे मन माही। अंगीकार किया तिने करता है, दुख का डेरा टाहया जियो। देखो इत्थे दया कर रहा गोपाल गोसाई और चरण वस रहे मन दे विच गुरु दे। कैसी खेड़िया कीनी दया गोपाल गोसाई। गुर के चरण वसे मन माही। मन दे विच गुरु दे चरण वस गए। अंगीकार किया तिने करता है। इस तरह मालिक परमात्मा ने अंगीकार कर लिया, स्वीकार कर लिया, अपने अंग दे नाल लगा लिया। दुख का डेरा टाहया जियो। आया चॉइस, जिन्हें भी ये चॉइस की, इस तरह मालिक परमात्मा ने जिहड़ा हैगा मेहर कर देनी है। ਇਹਨੂੰ ਕਹਿੰਦੇ ਆ ਬਈ ਇਹ ਕਾਲਾਂ ਹੀ ਕਰੀ ਜਾ ਰਹੇ। ਪਤਾ ਨਹੀਂ ਗੁਰਮੇਲ ਸਿੰਘ ਜੀ, ਪਤਾ ਨਹੀਂ ਕੀ ਗੱਲ ਹੈ ਜੀ, 4 ਵਾਰੀ ਹੋ ਗਿਆ। ਇੱਕ ਸੈਕਿੰਡ ਜੀ, ਮੈਂ कीनी दया गोपाल गुसाई। गुर के चरण वसे मन माही। वो मालिक परमात्मा ने जिहड़ा हैगा आपां ने चॉइस करनी आ, और मालिक परमात्मा ने जिहड़ा हैगा गुरु नूं मिला देना है। और गुरु ने जिहड़ा हैगे, गुरु ने ज्ञान देना है ते गुरु दे चरण वस जाने आ मन दे विच। और गुरु दे चरण की है? शब्द रूपी चरण हैगे गुरु दे भी। बस गुरु दा ज्ञान दे नाल जिहड़ा गुरु दे अनुसार चल पिया, ये चरण उहदे अंदर वस जाने। और ये दया जिहड़ी हैगी आ, ये देख लो अपने गुरु अंगद देव जी जिहड़े हैगे, भाई लैणा जी जिहड़े सी 63 खत्रियां दे घराने चों, और माता दे जांदे सीगे हर साल जत्था लैके। वो जिहड़े हैगे जद उत्थे करतारपुर वल दी गुजरे ते उत्थे उन्हां ने जत्थे नूं रोकता और कहंदे मैं आया, इत्थे कोई नानक तपिया रहिंदा है, मैं मिल के आउणा है। ते उत्थे गुरु नानक साहब जिहड़े हैगे उन्हां नूं मिले ते उन्हां दे नाल गलबात हुई, और उन्हां ने जो ज्ञान दिता उहदे नाल जिहड़ा हैगा तसल्ली हो गई। ते जत्थे नूं कहंदे कि तुसीं चलो, मेरा काम बन गया, और उत्थे ही टिक गए। और की करदे सीगे? सत्ते बलवंडे जी जिहड़े हैगे आ, ब्रह्म ਗਿਆਨੀ जिन्हां दी बाणी हैगी आ, उन्हां दे कोलों आपां जिहड़े हैगे आ, ये उन्हां दे मुख तो जिहड़े हैगे जो बचन आए आ, वो आपां लईए। ये वार हैगी सत्ते बलवंडे दी रामकली राग दे विच। लहणे दी फिराई है, अंग 966 ते 67। लहणे दी फिराई है, नानका दोही खटिए।
ਕਹਿੰਦੇ ਲਹਿਣਾ ਜੀ ਦੀ ਜਿਹੜੀ ਹੈਗੀ ਆ ਧੂਮ ਮਚ ਗਈ, ਚਾਰੋਂ ਪਾਸੇ ਫੇਰੀ ਪੈ ਗਈ। ਨਾਨਕਾ ਦੋਹੀ ਖੱਟੀਏ, ਉਹਨਾਂ ਦੀ ਖੱਟੀ ਜਿਹੜੀ ਹੈ ਦੋਹੀ ਹੋ ਗਈ। ਦੋਹੀ ਕਹਿੰਦੇ ਆ ਬਈ ਬਹੁਤ ਜਿਹੜਾ ਹੈਗਾ ਪ੍ਰਸਿੱਧੀ ਹੋ ਜਾਣਾ ਉਹਨਾਂ ਦੀ ਖੱਟੀ ਦੀ। ਲਹਿਣੇ ਦੀ ਫਿਰਾਈਏ ਨਾਨਕਾ ਦੋਹੀ ਖੱਟੀਏ। ਉਹਨਾਂ ਦੇ ਕੋਲ ਜਿਹੜਾ ਹੈਗਾ ਇਹ ਹੈਗੀ ਪਾਈ ਗੁਰੂ ਨੂੰ ਮਿਲਣਾ। ਮਾਲਕ ਨੇ ਜਿਹੜਾ ਹੈਗਾ ਗੁਰੂ ਮਿਲਾ ਦਿੱਤਾ। ਅੰਦਰ ਤਾਂਗ ਸੀਗੀ, ਚੁਆਇਸ ਸੀਗੀ। ਜੋ ਤੁਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਕਹਿੰਦੇ ਉਹੀ ਜੋਤ ਔਰ ਜੁਗਤੀ ਵੀ ਉਹੀ, ਬਸ ਸਿਰਫ ਜਿਹੜਾ ਕਾਇਆ ਪਲਟ ਗਈ। ਜੋ ਤੁਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਉਹ ਮਾਲਕ ਪਰਮਾਤਮਾ ਨੇ ਬਸ ਕਾਇਆ ਹੀ ਪਲਟਾਈ ਹੈ। ਉਹੀ ਜੋਤ ਉਹੀ ਜੁਗਤੀ। ਚੁੱਲੇ ਸੁ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਏ। ਕਹਿੰਦੇ ਉਹੀ ਨਿਰੰਜਨ ਪਰਮਾਤਮਾ ਦਾ ਛਤਰ ਝੁੱਲ ਰਿਹਾ ਸੀਗਾ ਅਰਸਾਂ ਕੁਰਸਾਂ ਤੋਂ, ਔਰ ਗੁਰੂ ਦੀ ਹੱਟੀ, ਗੁਰੂ ਦਾ ਤਖਤ ਜਿਹੜਾ ਹੈਗਾ ਉੱਥੇ ਮਲ ਕੇ ਕੌਣ ਬੈਠ ਗਏ? ਗੁਰੂ ਅੰਗਦ ਦੇਵ ਜੀ ਲਹਿਣਾ ਜੀ। ਕਿਵੇਂ ਬੈਠ ਗਏ? ਕੀ ਕਰਦੇ ਸੀ? ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਛੱਟੀਏ। ਕਹਿੰਦੇ ਜੋ ਗੁਰੂ ਨੇ ਫੁਰਮਾਇਆ ਸੀਗਾ ਉਹੀ ਕਰਦੇ ਸੀਗੇ। ਕਰੇ ਜੇ ਗੁਰ ਫੁਰਮਾਇਆ, ਆਪਣਾ ਕੌਣ ਗੁਰੂ ਹੈਗੇ? ਗੁਰੂ ਗ੍ਰੰਥ ਸਾਹਿਬ। ਆਪਾਂ ਜੋ ਇਹ ਅੱਖਰ ਕਹਿ ਰਹੇ, ਜੋ ਫੁਰਮਾ ਰਹੇ, ਆਪਾਂ ਨੇ ਕਰਨਾ ਆ। ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਛੱਟੀਏ। ਕਹਿੰਦੇ ਬਾਬਾ ਇਹਦੇ 'ਚ ਤਾਂ ਪੱਥਰ ਚੱਟ ਰਹੇ ਆ, ਸਿਲ ਚੱਟਣੀ ਹੋ ਰਹੀ ਆ, ਇਹਦੇ 'ਚ ਤਾਂ ਲੂਣ ਵੀ ਨਹੀਂ ਹੈਗਾ ਬਾਬਾ, ਲੂਣ ਪਾ ਬਾਬਾ, ਲੂਣ ਪਾ। ਇਹ ਤਾਂ ਅਲੂਣੀ ਸਿਲ ਹੈਗੀ ਆ। ਮਹਾਰਾਜ ਕਹਿੰਦੇ ਚੱਟੀ ਜਾ, ਇਹਦੇ ਵਿੱਚੋਂ ਤੈਨੂੰ ਜੋਗ ਆ ਜਾਏਗਾ, ਜੋਗ ਆ ਜਾਏਗਾ, ਜੋਗ। ਪਰਮਾਤਮਾ ਨੂੰ ਜੁੜਨਾ ਆ ਜਾਏਗਾ, ਤੈਨੂੰ ਪਰਮਾਤਮਾ ਦੇ ਨਾਲ ਜੁੜਨਾ ਆ ਜਾਏਗਾ, ਤੈਨੂੰ ਗਿਆਨ ਆ ਜਾਏਗਾ, ਇਹਦੇ ਨਾਲ ਤੈਨੂੰ ਆ ਪੋਥੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਏ। ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਏ। ਕਹਿੰਦੇ ਆ ਅਸੀਂ ਲੰਗਰ, ਗੁਰੂ ਦੇ ਸ਼ਬਦ ਦਾ ਲੰਗਰ, ਗੁਰੂ ਘਰ ਦੇ ਵਿੱਚ ਗੁਰੂ ਦੇ ਸ਼ਬਦ ਦਾ ਲੰਗਰ ਆ। ਦੂਜਾ ਲੰਗਰ ਇਸ ਕਰਕੇ ਕਿਉਂਕਿ ਦੂਰੋਂ ਆਉਂਦੇ ਸੀਗੇ, ਵਾਪਸ ਜਾਣ ਦਾ ਕੋਈ ਇਮੀਡੀਏਟਲੀ ਨਹੀਂ ਬਣਦਾ ਸੀਗਾ। ਬਹੁਤ ਦੂਰੋਂ ਸੰਗਤ ਆਉਂਦੀ ਸੀ, ਥੱਕੀ ਟੁੱਟੀ ਰਹਿਣ ਦੇ ਵਾਸਤੇ ਲੰਗਰ ਬਹੁਤ ਵਧੀਆ ਜਿਹੜਾ ਹੈਗਾ ਇੰਤਜ਼ਾਮ, ਕਿਉਂਕਿ ਮੇਨ ਮਕਸਦ ਆ ਲੰਗਰ ਦਾ ਸੀਗਾ। ਇਸ ਕਰਕੇ ਭਾਈ ਗੁਰੂ ਘਰ ਦੇ ਵਿੱਚ ਸ਼ਬਦ ਦਾ ਲੰਗਰ ਲੈਣਾ ਹੈ। ਪਹਿਲਾਂ ਲੰਗਰ ਚੱਲੇ ਗੁਰ ਸ਼ਬਦ ਹਰ, ਪਰਮਾਤਮਾ ਦਾ, ਪਰਮਾਤਮਾ ਦੇ ਨਾਲ ਜੁੜਨ ਦਾ। ਤੋਟ ਨਾ ਆਵੀ ਖੱਟੀ ਹੈ, ਇਸ ਖੱਟੀ ਦੀ ਤੋਟ ਨਹੀਂ ਆਉਂਦੀ। ਆ ਲੰਗਰ ਚਲਾਇਆ ਸੀਗਾ ਗੁਰੂ ਅੰਗਦ ਦੇਵ ਜੀ ਨੇ। ਕੀ ਕਰਦੇ ਸੀ? ਖਰਚੇ ਦਿੱਤ ਖਸਮ ਦੀ। ਕਹਿੰਦੇ ਤਾਂ ਖਸਮ ਨੇ ਦਿੱਤਾ ਸੀ ਖਰਚਾ ਭਾਈ। ਇਹ ਦਾਤ, ਇਹ ਦੌਲਤ ਮਾਲਕ ਪਰਮਾਤਮਾ ਨੇ ਦਿੱਤੀ ਨਾਮ ਦੀ। ਖਰਚੇ ਦਿੱਤ ਖਸਮ ਦੀ ਆਪ ਖੈਂਦੀ। ਕਹਿੰਦੇ ਆਪ ਖਾਂਦੇ ਸੀਗੇ। ਖੈਰ ਦੁਪੱਟੀ ਹੈ। ਕਹਿੰਦੇ ਦਵਾ ਦਬ ਜਿਹੜੇ ਹੈਗੇ ਭਰ ਕੇ ਜਿਹੜੇ ਹੈਗੇ ਲੁਟਾਈ ਜਾਂਦੇ ਸੀਗੇ ਦੌਲਤ। ਇਹ ਨਾਮ ਦਾ ਧਨ, ਇਹ ਨਾਮ ਦੀ ਦੌਲਤ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ। ਉਹ ਮਾਲਕ ਪਰਮਾਤਮਾ ਦੀ ਸਿਫਤ ਇਸ ਤਰ੍ਹਾਂ ਹੁੰਦੀ ਸੀ। ਅਰਸੋਂ ਕੁਰਸੋਂ ਤੋਂ ਨੂਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਅੰਮ੍ਰਿਤ ਵਰਦਾ ਸੀਗਾ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕੱਟੀਏ। ਇਸ ਤਰੀਕੇ ਦੇ ਨਾਲ ਕਹਿੰਦੇ ਹੇ ਮੇਰੇ ਮਾਲਕਾ, ਜਨਮ ਦੀ ਮਲ ਜਿਹੜੀ ਹੈ, ਜਿਹੜਾ ਵੀ ਗੁਰੂ ਅੰਗਦ ਦੇਵ ਜੀ ਨੂੰ ਮਿਲਦਾ ਸੀਗਾ, ਕਹਿੰਦੇ ਉਹਨਾਂ ਨੂੰ ਦੇਖ ਕੇ, ਉਹਨਾਂ ਦੀ ਸੰਗਤ ਕਰਨ ਦੇ ਨਾਲ ਜਨਮਾਂ ਦੀ ਮੈਲ ਕੱਟ ਜਾਂਦੀ ਸੀਗੀ। ਸੱਚ ਕੀ ਕਰਦੇ ਸੀ ਉਹ? ਸੱਚ ਜੇ ਗੁਰੇ ਫੁਰਮਾਇਆ ਕਿਉਂ ਏਦੂ ਬੋਲੋਂ ਹਟੀਏ। ਕਹਿੰਦੇ ਜੋ ਮੇਰੇ ਗੁਰੂ ਨੇ ਕਿਵੇਂ ਬਣ ਗਏ, ਗੁਰੂ ਗੱਦੀ ਤੇ ਕਿਵੇਂ ਆ ਗਏ?
ਕਹਿੰਦੇ ਸੱਚ ਜੇ ਗੁਰੇ ਫਰਮਾਇਆ, ਮੇਰੇ ਗੁਰੂ ਨੇ ਜੋ ਸੱਚ ਮੈਨੂੰ ਕਹਿ ਦਿੱਤਾ, ਜੋ ਮੇਰੇ ਗੁਰੂ ਨੇ ਬਚਨ ਕਰ ਦਿੱਤਾ, ਕਿਉਂ ਇਦੋਂ ਬੋਲੋਂ ਹਟੀਏ? ਕਿਉਂ ਮੈਂ ਹਟਾਂ ਇਹਨੂੰ ਬੋਲਣ ਤੋਂ? ਕਿਉਂ ਮੈਂ ਹਟਾਂ ਇਹਨੂੰ ਬੋਲਣ ਤੋਂ? ਸੱਚ ਜੇ ਗੁਰੇ ਫਰਮਾਇਆ, ਕਿਉਂ ਇਦੋਂ ਬੋਲੋਂ ਹਟੀਏ? ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰੱਠੀਏ। ਕਹਿੰਦੇ ਪੁੱਤਰ ਜਿਹੜੇ ਸੀਗੇ, ਸਿੱਖ ਪੁੱਤਰ, ਇਹ ਦੂਸਰੇ ਪੁੱਤਰਾਂ ਦੀ ਗੱਲ ਨਹੀਂ ਹੋ ਰਹੀ, ਸਿੱਖ ਪੁੱਤਰ ਕਹਿੰਦੇ ਨਹੀਂ ਕੌਲ ਪਾਲਦੇ ਸੀਗੇ, ਨਹੀਂ ਮੰਨਦੇ ਸੀ ਗੱਲ। ਪੀਰ ਤਾਂ ਕਹਿੰਦੇ ਸੀ ਤੂੰ ਪੀਰ ਆ ਬਾਬਾ ਸਾਡਾ, ਤੂੰ ਗੁਰੂ ਹੈਗਾ ਆ, ਪਰ ਮੋਢਾ ਮਾਰ ਕੇ ਕਰ ਪੀਰੋਂ ਕੰਨ ਮੁਰੱਠੀਏ, ਮੋਢਾ ਮਾਰ ਕੇ ਪਾਸੇ ਹੋ ਜਾਂਦੇ ਸੀ। ਆ ਜਿਹੜਾ ਹੈਗਾ ਸੱਚ ਜੇ ਗੁਰੇ ਫਰਮਾਇਆ, ਕਿ ਉਹ ਇਦੋਂ ਬੋਲੋਂ ਹਟੀਏ। ਦਿਲ ਖੋਟੇ ਦਿਲੇ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਏ। ਕਹਿੰਦੇ ਦਿਲ ਤੋਂ ਖੋਟੇ ਸੀ, ਆਕੀ ਫਿਰਦੇ ਸੀਗੇ, ਨਹੀਂ ਮੰਨਦੇ ਸੀ ਗੁਰੂ ਦੀ ਗੱਲ, ਆਕੀ ਹੋ ਗਏ। ਬਨ ਚ ਭਾਰ, ਕਹਿੰਦੇ ਫਿਰ ਜਿਹੜਾ ਹੈਗਾ ਉਹਨਾਂ ਦਾ ਕਰਮਾਂ ਦਾ ਭਾਰ ਜਿਹੜਾ ਹੈਗਾ, ਛੱਟ ਜਿਹੜੀ ਹੈਗੀ ਉਹਦੇ ਨਾਲ ਨਾਲ ਸਿਰ ਤੇ ਭਾਰ ਆ ਜਾਂਦਾ ਸੀਗਾ। ਜਨਮ ਜਿਹੜਾ ਹੈਗਾ ਇਹ ਲੇਖੇ ਦਾ। ਜਿਨੇ ਆਖੀ ਸੋਈ ਕਰੇ, ਜਿਨੇ ਕੀਤੀ ਤਿਨੇ ਠੱਟੀਏ। ਕਹਿੰਦੇ ਜਿਨ੍ਹਾਂ ਨੇ ਆਖੀ ਆ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਆ, ਜਿਨੇ ਆਖੀ ਸੋਈ ਕਰੇ, ਜਿਵੇਂ ਗੁਰੂ ਨੇ ਆਖਿਆ ਉਹੀ ਕਰਦੇ ਸੀਗੇ। ਜਿਨੇ ਕੀਤੀ ਤਿਨੇ ਠੱਟੀਏ। ਕਹਿੰਦੇ ਫਿਰ ਕੀ ਹੈ, ਫਿਰ ਹੁਣ ਹੈਰਾਨੀ ਕਿਉਂ ਹੋ ਰਹੀ ਹੈ ਜੀ? ਗੁਰੂ ਅੰਗਦ ਦੇਵ ਜੀ ਗੱਦੀ ਤੇ ਬੈਠ ਗਏ ਤੇ ਜਿਨੇ ਆਖੀ ਸੋਈ ਕਰੇ, ਜਿਵੇਂ ਗੁਰੂ ਨੇ ਆਖਿਆ ਸੀ ਉਹ ਕਰ ਰਹੇ ਸੀਗੇ। ਜਿਨੇ ਕੀਤੀ ਤਿਨੇ ਠੱਟੀ ਹੈ, ਜਿਨ੍ਹਾਂ ਨੇ ਕੀਤੀ ਉਹਨਾਂ ਦੀ ਠੱਟੀ ਹੈ ਭਾਈ, ਉਹਨਾਂ ਦਾ ਥਾਟ ਹੈਗਾ। ਕੌਣ ਹਾਰੇ, ਕਿਨੇ ਉਹ ਵੱਟੀ ਹੈ? ਹੁਣ ਦੱਸੋ ਇਹਦੇ ਵਿੱਚ ਕਿਹੜਾ ਹਾਰ ਗਿਆ ਤੇ ਕਿਹੜਾ ਜਿੱਤ ਗਿਆ? ਕਿਨੇ ਵੱਟ ਲਿਆ ਤੇ ਕਿਨੇ ਪੂੰਜੀ ਹਾਰ ਦਿੱਤੀ? ਇਹਦੇ ਵਿੱਚ ਜਿਹੜਾ ਹੈਗਾ ਆਪ ਹੀ ਫੈਸਲਾ ਕਰ ਲਓ। ਇਹ ਜੀ ਇਸ ਤਰ੍ਹਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਇਆ ਕਰਦਾ ਹੈ ਗੁਰੂ ਦੇ ਦੁਆਰਾ। ਮਾਝ ਮਹਲਾ ਪੰਜਵਾਂ। ਕੀਨੀ ਦਇਆ ਗੋਪਾਲ ਗੋਸਾਈ, ਗੁਰ ਕੇ ਚਰਨ ਵਸੇ ਮਨ ਮਾਹੀ। ਆਇਆ ਗੁਰੂ ਦੇ ਚਰਨ ਐਵੇਂ ਦੇ ਵਸਦੇ ਆ ਭਾਈ। ਕੀਨੀ ਦਇਆ ਗੋਪਾਲ ਗੋਸਾਈ, ਗੁਰ ਕੇ ਚਰਨ ਵਸੇ ਮਨ ਮਾਹੀ। ਅੰਗੀਕਾਰ किया तिने करते, दुख का डेरा ढाया जियो। उस मालक इस तरह मालक परमात्मा अंगीकार कर लेंदा है और दुखों का डेरा जिहड़ा हैगा जन्मां जन्मां दा जिहड़ा हैगा वो ढा दिंदा है भाई। दुख जिहड़े आके जिहड़ा हैगा जिन्ना लेखा जोखा जिहड़ा हैगा संस्कार जिहड़े हैगे सारे खत्म हो जाते। एक बारी होर लईए। कीनी दया गोपाल गोसाई, गुर के चरण वसे मन माही। ये जिहड़ा है ना गुर के चरण बार बार बाणी दे विच बार बार आउंदा है। ये किवें वास्ते है गुर के चरण? देखो आनंद साहब दे विच भी आउंदा है जिहड़ा है वाजे पंच शब्द तित घर सुभागै, घर सुभागै शब्द वाजे कला जित कर तारिया। पंच दूत तुदवस कीते काल कंटक मारिया। हुण ये जिहड़ा हैगा आपां ये चार जिहड़े हैगे ये भी लईए आपां। इहदे विच भी बहुत जिहड़ा हैगा रहस्य हैगा। ये आनंद साहब शुरू ही जिहड़ा हुंदा है इत्थों शुरू हुंदा है भाई। 917 अंग दे उत्ते है। रामकली महला तीजा। आनंद एक ओंकार सतगुर प्रसाद। आनंद पया मेरी माए, सतगुरु मैं पाया। आया भाई सतगुरु दा पाउणा। आनंद होना चाहिए है। गुरु नूं मिल के जिहड़ा हैगा अंदर शांति वरतनी चाहिए है, खेड़ा होना चाहिए है। सतगुर ता पाया सहज चेती, मने वजियां वधाइयां। कहते सहज अवस्था होनी चाहिए आ। मन दे विच खेड़े खुशियां वधाइयां वजनियां चाहिए। कही जिहियां वधाइयां वजनियां चाहिए। राग रतन परवार परियां, शब्द गावन आईयां। कहते तो अंदर जिहड़े हैगे आ शब्द जिहड़ा हैगा हुण इत्थे शब्द दद्दे नूं औंकड़ नहीं लगी हुई। ये शब्द जिहड़ा हैगा एक तो वध हैगे। ये जिहड़ा हैगा जद इंसान जिहड़ा हैगा जद सतगुरु नूं मिलदा है, सतगुरु नूं मिलना कि जद गुरु दे अनुसार ध्यान सिमरन शुरू करदा है
ਮਨ ਖੜਾ ਹੁੰਦਾ ਹੈ ਤੇ ਉਹਦੇ ਅੰਦਰ 5 ਸ਼ਬਦ ਵੱਜਣ ਲੱਗ ਜਾਂਦੇ ਆ। ਇਹ ਸ਼ਬਦ ਉਹਨਾਂ ਦੀ ਗੱਲ ਕਰ ਰਹੇ, ਕਹਿੰਦੇ ਐਸੇ ਰਾਗ ਰਤਨ ਪਰਵਾਰ ਪਰੀਆਂ। ਪਤਾ ਨਹੀਂ ਕਿਸ ਤਰ੍ਹਾਂ ਦੀ ਆਵਾਜ਼ ਹੈ, ਕਿਸ ਤਰ੍ਹਾਂ, ਜੇ ਕੋਈ ਦੇਖਣਾ ਚਾਹੇ, ਜੇ ਕੋਈ ਸੁਣਨਾ ਚਾਹੇ ਵੀ ਇਹਦੇ 'ਚੋਂ ਕਿਹੜੀ ਆਵਾਜ਼ ਆ ਰਹੀ ਹੈ, ਪੰਜ ਦੇ 5 ਜਿਹੜੇ ਹੈਗੇ ਉਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਏਗਾ ਭਾਈ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿੰਦੇ ਤਾਂ ਅੰਦਰ ਜਿਹੜਾ ਹੈਗਾ ਰਾਗ ਰਤਨ ਪਰਵਾਰ ਪਰੀਆਂ ਜਿਸ ਤਰ੍ਹਾਂ ਸ਼ਬਦ ਗਾਉਣ ਆਉਂਦੀਆਂ ਭਾਈ ਰਾਗਨੀਆਂ, ਕਹਿੰਦੇ ਅੰਦਰ ਜਿਹੜੀਆਂ ਹੈਗੀਆਂ ਅੰਦਰ ਵਜਣ ਲੱਗ ਪਏ ਸ਼ਬਦ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿੰਦੇ ਮਨ ਦੇ ਵਿੱਚ ਜਿਨ੍ਹਾਂ ਨੇ ਵਸਾ ਲਿਆ ਉਹਨਾਂ ਦੇ ਅੰਦਰ ਇਹ ਪਰਮਾਤਮਾ ਦਾ ਸ਼ਬਦ ਸਟਾਰਟਿੰਗ ਪੁਆਇੰਟ, ਇੱਥੋਂ ਸ਼ੁਰੂ ਹੁੰਦੀ ਜਰਨੀ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਆ ਆਨੰਦ ਦਾ ਸ਼ੁਰੂਆਤ ਆ ਪਾਏ ਜਿਨ੍ਹਾਂ ਨੇ ਗੁਰੂ ਨੂੰ ਪਾਇਆ, ਜਿਹੜੇ ਗੁਰੂ ਦੇ ਲੜ ਲੱਗ ਪਏ, ਤੇ ਆਹ ਕਲਾ ਵਰਤਣੀ ਚਾਹੀਦੀ ਆ ਉਹਨਾਂ ਦੇ ਅੰਦਰ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਇੱਕ ਔਂਕੜ ਲੱਗ ਜਾਂਦੀ, ਇੱਕ ਸ਼ਬਦ ਹੋ ਜਾਂਦਾ। ਇੱਥੇ ਔਂਕੜ ਨਹੀਂ ਲੱਗੀ ਹੋਈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਮੇਰੇ ਮਨਾ ਬਸ ਆਇਆ ਪਰਮਾਤਮਾ ਦੇ ਨਾਲ ਰਹਿਣਾ, ਹਮੇਸ਼ਾ ਰਹਿ, ਕਿਉਂਕਿ ਇਹ ਇੱਕ ਵਾਰੀ ਜਿਹੜਾ ਸ਼ੁਰੂ ਹੋਏਗਾ ਇਹਨੇ ਬੰਦ ਨਹੀਂ ਹੋਣਾ ਕਦੀ ਵੀ। ਇਹ ਨਹੀਂ ਬੰਦ ਹੋਏਗਾ ਭਾਈ, ਇਹਦਾ ਰੂਪ ਬਦਲ ਜਾਏਗਾ ਪਰ ਇਹ ਬੰਦ ਨਹੀਂ ਹੋਏਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕਹਿੰਦੇ ਪਰਮਾਤਮਾ ਦੇ ਨਾਲ ਰਹੇਗਾ ਤੇ ਦੁੱਖ ਸਾਰੇ ਵਿਸਰ ਜਾਣਗੇ, ਕਿਉਂਕਿ ਤੇਰੇ ਅੰਦਰ ਤੈਨੂੰ ਸੁਣ ਲੱਗ ਗਿਆ ਸ਼ਬਦ ਸੁਣ ਲੱਗ ਪਏ ਤੇਰੇ ਅੰਦਰ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭੇ ਸਵਾਰਨਾ। ਮਾਲਕ ਨੇ ਅੰਗੀਕਾਰ ਕਰ ਲਿਆ ਪਿਆਰਿਆ ਇਸ ਤਰੀਕੇ ਦੇ ਨਾਲ। ਤੇਰੇ ਸਾਰੇ ਕਾਰਜ ਹੁਣ ਮਾਲਕ ਦੇ ਹੋ ਗਏ, ਸਾਰੇ ਕਾਰਜ ਉਹਨੇ ਸਵਾਰ ਦੇਣੇ ਆ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ। ਹੇ ਮੇਰੇ ਮਨਾ, ਉਹ ਤਾਂ ਸਾਰੀ ਗੱਲਾਂ ਦਾ ਸਮਰੱਥ ਆ ਮਾਲਕ ਪਰਮਾਤਮਾ, ਕਿਉਂ ਮਨ ਤੋਂ ਵਿਸਾਰਦਾ ਹੈ ਤੂੰ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨਾ ਸਦਾ ਲੱਗਿਆ ਰਹਿ ਹੁਣ ਇਸ ਦੇ ਨਾਲ, ਸ਼ਬਦਾਂ ਦੇ ਨਾਲ। ਆਇਆ ਪਰਮਾਤਮਾ ਦੇ ਨਾਲ ਜੁੜਨਾ। ਸਾਚੇ ਸਾਹਿਬਾ ਕਿਆ ਨਹੀਂ ਕਰੇ ਤੇਰੇ। ਹੇ ਮੇਰੇ ਮਾਲਕਾ ਤੇਰੇ ਘਰ 'ਚ ਕੀ ਨਹੀਂ ਹੈਗਾ, ਕੀ ਨਹੀਂ ਹੈਗਾ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਕਹਿੰਦੇ ਸਾਰਾ ਕੁਛ ਤੇਰੇ ਘਰ 'ਚ ਹੈ, ਜਿਹਨੂੰ ਦਿੰਦਾ ਹੈ ਉਹ ਪਾ ਲੈਂਦਾ ਹੈ, ਔਰ ਕਿਹਨੂੰ ਦਿੰਦਾ ਹੈ, ਜਿਹੜਾ ਮੰਗਦਾ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿੰਦੇ ਸਦਾ ਤੇਰੀ ਸਿਫਤ, ਉਹ ਸਿਫਤ ਸਲਾਹ ਕਰਦਾ ਹੈ ਔਰ ਨਾਮ ਨੂੰ ਮਨ ਦੇ ਵਿੱਚ ਵਸਾਉਂਦਾ ਹੈ। ਨਾਮ ਇਸ ਤਰ੍ਹਾਂ ਮਨ ਦੇ ਵਿੱਚ ਵਸਦਾ ਹੈ। ਨਾਮ ਜਿਨ ਕੈ ਮਨੇ ਵਸਿਆ ਵਾਜੇ ਸ਼ਬਦ ਕਨੇਰੇ। ਫਿਰ ਦੇਖ ਲਓ ਇੱਥੇ ਜਿਹੜਾ ਹੈਗਾ ਸ਼ਬਦ ਫਿਰ ਨਹੀਂ ਔਂਕੜ ਲੱਗੀ ਹੋਈ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿੰਦੇ ਸ਼ਬਦ ਕਨੇਰੇ ਹੋ ਕੇ ਵੱਜਣ ਲੱਗ ਪੈਂਦੇ ਆ। ਦੇਖ ਲਓ ਜਿਨ੍ਹਾਂ ਦੇ ਵੱਜਦੇ ਆ ਪਾਏ, ਕਦੀ ਦੇਖ ਲਓ ਕਿੰਨੀ ਤੇਜ਼ ਹੋ ਜਾਂਦੇ ਆ, ਕਦੀ ਤੇਜ਼ ਹੋ ਜਾਂਦੇ ਆ, ਕਦੀ ਜਿਹੜੇ ਹੈਗੇ ਥੋੜ੍ਹੇ ਸਲੋ ਹੋ ਜਾਂਦੇ ਆ, ਫਿਰ ਕਦੀ ਇਹ ਬੂਰੀ ਤੇਜ਼ੀ ਦੇ ਨਾਲ ਵੱਜਣ ਲੱਗ ਪੈਂਦੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰੇ ਤੇਰੇ। ਹੇ ਮੇਰੇ ਮਾਲਕਾ ਤੇਰੇ ਘਰ 'ਚ ਕੀ ਨਹੀਂ ਹੈਗਾ, ਤੇਰੇ ਘਰ 'ਚ ਕੀ ਨਹੀਂ ਹੈ ਮਾਲਕਾ, ਕੀ ਨਹੀਂ ਹੈ ਤੇਰੇ ਘਰ ਦੇ ਵਿੱਚ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ। ਆਹ ਨਾਮ ਪਰਮੇਸ਼ਰ ਦਾ ਆਧਾਰ ਆ। ਨਾਮ ਦੇ ਵਾਸਤੇ ਸਾਰੀ ਯਾਤਰਾ ਹੋ ਰਹੀ ਹੈ, ਉਸੇ ਦੇ ਵਾਸਤੇ, ਨਾਮ ਦੇ ਵਾਸਤੇ ਜਿਹੜੇ ਹੈਗੇ ਇਹ ਸਾਰਾ ਦਾ ਸਾਰਾ ਲਿਵ ਦਾ ਰਸਤਾ ਹੈ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ। ਉਸ ਨਾਮ ਦੇ ਨਾਲ ਹੀ, ਉਸ ਨਾਮ ਵੱਲ ਯਾਤਰਾ ਕਰਨ ਦੇ ਨਾਲ ਹੀ ਜਿਹੜਾ ਹੈਗਾ ਮਨ ਜਿਹੜਾ ਹੈਗਾ ਮਾਇਆ ਵੱਲੋਂ ਉਚਾਟ ਹੋਣ ਲੱਗ ਪੈਂਦਾ ਹੈ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹਨੇ ਇੱਛਾ ਸਭ ਪੁਜਾਈਆਂ। ਕਹਿੰਦੇ ਸ਼ਾਂਤੀ ਹੋ ਗਈ, ਸੁਖ ਮਨ ਦੇ ਵਿੱਚ ਵਸ ਗਿਆ, ਜਿਸਨੇ ਕਿ ਇੱਛਾ ਸਾਰੀਆਂ ਪੂਰੀਆਂ ਕਰ ਦੇਣੀਆਂ ਉਹ ਨਾਮ ਦੇ ਨਾਲ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿੰਦੇ ਮੈਂ ਤਾਂ ਹਮੇਸ਼ਾ ਕੁਰਬਾਨ ਆ ਉਸ ਗੁਰੂ ਤੋਂ ਜਿਹਦੀਆਂ ਇੰਨੀਆਂ ਵਡਿਆਈਆਂ ਆ, ਜਿਹਨੇ ਸ਼ੁਰੂਆਤ ਹੀ ਜਿਹੜੀ ਹੈਗੀ ਇਸ ਤਰੀਕੇ ਦੇ ਨਾਲ 5 ਸ਼ਬਦਾਂ ਦੇ ਨਾਲ ਕਰ ਦਿੱਤੀ। ਕਹੇ ਨਾਨਕ ਸੁਣੋ ਸੰਤੋ ਸ਼ਬਦੇ ਧਰੋ ਪਿਆਰੋ।
हे ਅਭਿਆਸੀਓ ਸੰਤੋ ਸ਼ਬਦ ਦੇ ਨਾਲ ਪਿਆਰ ਪਾਓ। ਪਿਆਰਿਓ ਸ਼ਬਦ ਦੇ ਨਾਲ ਪਿਆਰ ਪਾਓ। ਸਾਚਾ ਨਾਮ ਮੇਰਾ ਆਧਾਰੋ। ਕਹਿੰਦੇ ਮੇਰਾ ਤਾਂ ਆਧਾਰ ਸੱਚਾ ਨਾਮ ਹੈਗਾ ਭਾਈ। ਚੌਥਾ ਪੰਜਵਾਂ ਬੰਦ ਆਇਆ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਲੋ ਮਹਾਰਾਜ ਹੁਣ ਖੁਲਾਸਾ ਕਰਦੇ, ਕਹਿੰਦੇ ਭਾਈ ਇਹ ਤੂੰ ਨਹੀਂ ਜਾਣ ਸਕਦਾ, ਇਹ ਪੰਜ ਸ਼ਬਦ ਵੱਜ ਰਹੇ ਤੇਰੇ ਅੰਦਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਉਸ ਘਰ ਸੁਭਾਗੇ ਘਰ ਦੇ ਵਿੱਚ ਵੱਜਣ ਲੱਗ ਪੈਂਦੇ, ਜਿਹੜਾ ਭਾਗਾਂ ਵਾਲਾ ਘਰ ਹੈਗਾ। ਘਰ ਸੁਭਾਗੈ ਸ਼ਬਦ ਵਾਜੇ, ਕਿਤੇ ਵੀ ਸ਼ਬਦ ਨੂੰ ਔਂਕੜ ਨਹੀਂ ਲੱਗੀ ਹੋਈ। ਕਹਿੰਦੇ ਸੁਭਾਗੇ ਘਰ ਦੇ ਵਿੱਚ ਇਹ ਸ਼ਬਦ ਵੱਜਦੇ ਆ। ਕਲਾ ਜਿਤ ਕਰੇ ਧਾਰਿਆ, ਜਿਸ ਘਰ ਦੇ ਵਿੱਚ ਮਾਲਕ ਪਰਮਾਤਮਾ ਨੇ ਆਪਣੀ ਕਲਾ ਵਰਤਾਈ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਔਰ ਪੰਜ ਦੂਤ ਇਹਦੇ ਨਾਲ ਵਸ 'ਚ ਆਉਣ ਲੱਗ ਜਾਣੇ ਆ ਭਾਈ, ਕਿਉਂਕਿ ਉਹਨੇ ਸ਼ਬਦ ਦੇ ਨਾਲ ਜੁੜ ਜਾਣਾ ਹੈ। ਪੰਜ ਦੂਤ ਆਟੋਮੈਟਿਕਲੀ ਵਸ 'ਚ ਆ ਜਾਣੇ ਆ, ਕਿਉਂਕਿ ਉਸੇ ਮਾਲਕ ਪਰਮਾਤਮਾ ਨੇ ਦੂਤ ਲਾਏ ਆ, ਉਸੇ ਨੇ ਛਡਾਉਣਾ ਹੈ। ਵਾਜੀ ਪੰਜ ਦੂਤ ਤੁਧ ਘਰ ਸੁਭਾਗੇ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰੇ ਕਰਮ ਪਾਇਆ ਤੁਧ ਜਿनको, ਸੇ ਨਾਮ ਹਰ ਕੇ ਲਾਗੇ। ਤੁਰੋਂ ਬਖਸ਼ਿਸ਼ ਹੋ ਗਈ ਜਿਨ੍ਹਾਂ ਨੂੰ, ਕਹਿੰਦੇ ਬਸ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਇਸ ਤਰੀਕੇ ਦੇ ਨਾਲ ਲੱਗ ਜਾਂਦੇ ਆ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਕਹਿੰਦੇ ਬਸ ਉਸ ਘਰ ਦੇ ਵਿੱਚ ਸੁੱਖ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਘਰ ਦੇ ਜਿਹਦੇ ਘਰ ਦੇ ਵਿੱਚ ਇਹ ਅਨਹਦ ਸ਼ਬਦ, ਉਸ ਮਾਲਕ ਪਰਮਾਤਮਾ ਦੇ ਸ਼ਬਦ ਜਿਹਦੀਆਂ ਕੋਈ ਹੱਦਾਂ ਹੀ ਨਹੀਂ ਹੈਗੀਆਂ, ਵੱਜਣ ਲੱਗ ਪੈਂਦੇ ਆ। ਇਹ ਦੇਖ ਲਓ, ਇਹ ਜਿਹੜਾ ਹੈਗਾ ਹਰ ਕੰਮ ਦੇ ਵਿੱਚ ਇਹ ਆਨੰਦ ਸਾਹਿਬ ਦੇ ਜਿਹੜੀਆਂ ਇਹ ਪੌੜੀਆਂ ਜ਼ਰੂਰ, ਇਹ ਪੌੜੀਆਂ ਤਾਂ ਨਹੀਂ ਹੈਗੇ, ਇਹ ਅੰਕ ਜ਼ਰੂਰ ਪੜ੍ਹਦੇ ਆ ਭਾਈ। ਕਿੰਨੇ ਜ਼ਰੂਰੀ ਹੈਗੇ ਆ ਇਹ, ਕਿੰਨੇ ਜ਼ਰੂਰੀ ਹੈਗੇ। ਕਹਿੰਦੇ ਸਟਾਰਟਿੰਗ ਪੁਆਇੰਟ ਹੈ, ਜਰਨੀ ਸਟਾਰਟਿੰਗ ਹੈਗੀ ਆ। ਇਹ ਇਸ ਤਰ੍ਹਾਂ ਮਾਲਕ ਪਰਮਾਤਮਾ ਉਹ ਗੋਪਾਲ ਜਿਹੜਾ ਹੈਗਾ ਦਇਆ ਕਰਦਾ ਹੈ ਭਾਈ। ਗੁਸਾਈ ਜਿਹੜਾ ਹੈਗਾ ਸ੍ਰਿਸ਼ਟੀ ਦਾ ਮਾਲਕ, ਕਿੰਨੀ ਦਇਆ। ਆਪਾਂ ਵਾਪਸ ਆ ਗਏ ਜੀ ਉੱਥੋਂ ਜਿੱਥੋਂ ਸ਼ੁਰੂ ਕੀਤਾ ਸੀਗਾ। ਅੱਜ ਦਾ ਗਿਆਨ ਅੰਗ 107 ਮਾਜਮਲਾ ਪੰਜਵਾਂ। ਕਿੰਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਵਸੇ ਮਨ ਮਾਹੀ। ਅੰਗੀਕਾਰ ਕੀਆ ਤਿਨੇ ਕਰਤੈ, ਦੁੱਖ ਕਾ ਟੇਰਾ ਢਾਇਆ ਜਿਉ। ਮਨੇ ਤਨੇ ਵਸਿਆ ਸੱਚਾ ਸੋਈ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮਨ ਔਰ ਤਨ ਦੇ ਵਿੱਚ ਵਸ ਜਾਂਦਾ ਹੈ। ਉਹ ਸੱਚਾ ਮਾਲਕ ਪਰਮਾਤਮਾ ਇਸ ਤਰ੍ਹਾਂ ਵਸਦਾ ਹੈ। ਉਹ ਮਨ ਵੀ ਔਰ ਤਨ ਵੀ ਜਿਹੜਾ ਹੈਗਾ, ਦੋਨੋਂ ਜਿਹੜੇ ਹੈਗੇ ਇਹ ਸ਼ਬਦਾਂ ਦੇ ਸ਼ਬਦ ਅਭਿਆਸ ਦੇ ਨਾਲ ਅੰਦਰ ਜਿਹੜਾ ਹੈਗੇ ਆ ਸੁਣਨ ਦੀ ਯਾਤਰਾ ਸ਼ੁਰੂ ਕਰ ਲੈਂਦੇ ਆ। ਮਨ ਤਨੇ ਵਸਿਆ ਸੱਚਾ ਸੋਈ, ਵਿਖੜਾ ਥਾਨ ਨ ਦਿਸੈ ਕੋਈ। ਕਹਿੰਦੇ ਹੁਣ ਔਖਾ ਕੋਈ ਜਿਹੜੀ ਹੈਗੀ ਆ, ਔਖਿਆਈ ਕੋਈ ਨਹੀਂ ਨਜ਼ਰ ਆਉਂਦੀ। ਹੁਣ ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸੁਆਮੀ ਆਹਿਆ ਜਿਉ। ਕਹਿੰਦੇ ਦੂਤ ਤੇ ਦੁਸ਼ਮਣ ਜਿਹੜੇ ਸੀਗੇ ਇਹ ਸੱਜਣ ਹੋ ਗਏ ਭਾਈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਲਪ ਕਰਨ ਲੱਗ ਪਏ ਸਾਰੇ ਦੇ ਸਾਰੇ। ਏਕੋ ਸੁਆਮੀ ਆਹਿਆ ਜਿਉ। ਬਸ ਇੱਕ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ ਉਹਦੀ ਇੱਛਾ ਮਨ ਦੇ ਵਿੱਚ ਆ ਗਈ। ਇੱਕ ਪਰਮਾਤਮਾ ਜਿਹੜਾ ਹੈਗਾ ਉਹਦੀ ਭਗਤੀ ਆ ਗਈ। ਜੋ ਕੁਛ ਕਰੇ ਸੋ ਆਪੇ ਹੈ। ਜੋ ਕੁਛ ਹੁਣ ਜਿਹੜਾ ਹੈਗਾ, ਜੋ ਕੁਛ ਵੀ ਕਰ ਰਿਹਾ ਮਾਲਕ ਪਰਮਾਤਮਾ ਆਪ ਹੀ ਕਰ ਰਿਹਾ ਹੈ ਭਾਈ ਸਾਰਾ। ਹੁਣ ਉਹ ਜਿਹੜੇ ਹੈਗੇ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੂੰ। ਜੋ ਕੁਛ ਕਰੇ ਸੋ ਆਪੇ ਹੈ। ਬੁੱਧ ਸਿਆਣਪ ਕਿਛੂ ਨਾ ਜਾਪੈ। ਕਹਿੰਦੇ ਹੁਣ ਬੁੱਧੀ ਸਿਆਣਪ ਕੁਛ ਨਹੀਂ ਜਿਹੜੀ ਹੈਗੀ ਆ, ਕਿਸੇ ਦੀ ਰਿਕੁਆਇਰਮੈਂਟ ਨਹੀਂ ਹੈਗੀ ਆ। ਗੱਡੀ ਜਿਹੜੀ ਆਟੋ ਪਾਇਲਟ ਤੇ ਮਾਲਕ ਪਰਮਾਤਮਾ ਆਪ ਜਿਹੜਾ ਹੈਗਾ ਚਲਾ ਰਿਹਾ ਹੈ ਗੱਡੀ ਨੂੰ। ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਪਰਮ ਭੁਲਾਵਾ ਲਾਹਿਆ ਜਿਉ। ਉਹ ਮਾਲਕ ਪਰਮਾਤਮਾ ਆਪਣੇ ਭਗਤਾਂ ਨੂੰ ਆਪ ਸਹਾਈ ਹੋ ਜਾਂਦਾ ਹੈ। ਉਹ ਪਰਮਾਤਮਾ ਨੇ ਜਿਹੜਾ ਹੈਗਾ ਮਾਇਆ ਦਾ ਭਰਮ ਭੁਲੇਖਾ ਜਿਹੜਾ ਹੈਗਾ ਸਾਰਾ ਦੂਰ ਕਰ ਦਿੱਤਾ। ਮੈਂ ਮੇਰੀ ਸਾਰੀ ਦੂਰ ਕਰ ਦਿੱਤੀ। ਚਰਨ ਕਮਲ ਜਨ ਕਾ ਆਧਾਰੋ। ਕਹਿੰਦੇ ਆਇਆ ਭਾਈ ਸ਼ਬਦ ਰੂਪੀ ਚਰਨ ਕਮਲ। ਚਰਨ ਕਮਲ ਜਨ ਕਾ ਆਧਾਰੋ,
8 ਪਹਿਰ ਰਾਮ ਨਾਮ ਵਪਾਰੋ। 8 ਪਹਿਰ ਕਹਿੰਦੇ ਆ ਪਰਮੇਸ਼ਰ ਦੇ ਨਾਮ ਦਾ ਵਪਾਰ ਹੈਗਾ। ਚਰਨ ਕਮਲ ਜਨ ਕਾ ਆਧਾਰੋ। ਉਹ ਸ਼ਬਦ ਰੂਪੀ ਚਰਨ ਜਿਹੜੇ ਹੈਗੇ ਬਸ ਉਹੀ ਆਧਾਰ ਹੋ ਗਏ, ਉਹੀ ਅੰਦਰ। ਜਿੱਥੇ ਜਦ ਮਰਜੀ ਜਿੱਥੇ ਮਰਜੀ ਜਿਹੜਾ ਹੈਗਾ ਧਿਆਨ ਜਿਹੜਾ ਹੈਗਾ ਉਹਦੇ ਨਾਲ ਹੀ ਲੱਗ ਜਾਂਦਾ ਹੈ। ਚਰਨ ਕਮਲ ਜਨ ਕਾ ਆਧਾਰੋ। 8 ਪਹਿਰ ਰਾਮ ਨਾਮ ਵਪਾਰੋ। 8 ਪਹਿਰ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਨਾਮ ਦਾ ਵਪਾਰ ਚੱਲ ਪੈਂਦਾ ਹੈ ਭਾਈ। ਸਹਿਜ ਆਨੰਦ ਗਾਵੇਂ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਔਰ ਸਹਿਜ ਅਵਸਥਾ ਦੇ ਵਿੱਚ ਆਨੰਦ ਦੇ ਵਿੱਚ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਦੇ ਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰਿਆਂ ਦੇ ਵਿੱਚ ਉਹਨਾਂ ਨੂੰ ਨਜ਼ਰ ਆਉਂਦਾ ਹੈ। ਸਰਬ ਸਮਾਹਿਆ, ਹਰ ਪਾਸੇ ਮਾਲਕ ਪਰਮਾਤਮਾ ਸਮਾਇਆ ਹੋਇਆ ਨਜ਼ਰ ਆਉਂਦਾ ਹੈ। ਮਾਝ ਮਹਲਾ ਪੰਜਵਾਂ। ਸੋ ਸੱਚ ਮੰਦਰ ਜਿਤ ਸੱਚ ਧਿਆਈਏ। ਬਸ ਜਿਹਦੇ ਅੰਦਰ ਇਹ ਚਰਨ ਇਹ ਸ਼ਬਦ ਵਸ ਗਏ, ਪ੍ਰਗਟ ਹੋ ਗਏ, ਕਹਿੰਦੇ ਉਹ ਤਾਂ ਸੱਚਾ ਮੰਦਰ ਆ ਪਾਏ। ਉਹਦੇ ਅੰਦਰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਧਿਆਉਣਾ ਬਣਨਾ ਹੈ ਪਾਏ। ਆਇਆ ਧਿਆਉਣਾ। ਸੋ ਸੱਚ ਮੰਦਰ ਜਿਤ ਸੱਚ ਧਿਆਈਏ। ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਏ। ਕਹਿੰਦੇ ਉਹ ਹਿਰਦਾ ਖੁਸ਼ੀ ਖੇੜੇ ਵਾਲਾ ਆ ਜਿਹਦੇ ਵਿੱਚ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਆ। ਆਹੀ ਪਰਮੇਸ਼ਰ ਦੇ ਗੁਣ ਗਾਉਣੇ ਆ ਭਾਈ। ਐਸੇ ਤਰੀਕੇ ਨਾਲ ਗੁਣ ਗਾਏ ਜਾਂਦੇ। ਸਾਤਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋ ਕੁਰਬਾਨੋ ਜੀਓ। ਉਹ ਇਸੇ ਹਰੀ ਦੇ ਜਨ ਜਿਹੜੇ ਜਿੱਥੇ ਵੀ ਬੈਠ ਕੇ ਜਿਹੜਾ ਹੈਗਾ ਧਿਆਨ ਸਿਮਰਨ ਕਰਦੇ ਆ, ਅੰਦਰ ਵੜਦੇ ਆ, ਕਹਿੰਦੇ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਆ, ਸੁਹਾਵੀ ਹੋ ਜਾਂਦੀ ਆ, ਸੋਹਣੀ ਹੋ ਜਾਂਦੀ ਆ। ਕਹਿੰਦੇ ਮੈਂ ਤਾਂ ਕੁਰਬਾਨ ਆ ਪਰਮੇਸ਼ਰ ਦੇ ਨਾਮ ਤੋਂ, ਸੱਚੇ ਮਾਲਕ ਪਰਮਾਤਮਾ ਦੇ ਨਾਮ ਤੋਂ ਕੁਰਬਾਨ ਆ। ਸੱਚ ਵਡਾਈ ਕੀਮ ਨਾ ਪਾਈ। ਕਹਿੰਦੇ ਇਹ ਸੱਚੀ ਵਡਿਆਈ ਆ ਮਾਲਕ ਪਰਮਾਤਮਾ ਦੀ, ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਪਾਏ। ਆਇਆ ਉੱਚੀ ਅਵਸਥਾ, ਚੌਥਾ ਪਦ। ਕੁਦਰਤ ਕਰਮ ਨਾ ਕਹਿਣਾ ਜਾਏ। ਮਾਲਕ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈਗੀ ਕਿਹਾ ਨਹੀਂ ਜਾ ਸਕਦਾ, ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ ਪਾਏ। ਇੰਨੀ ਉੱਚੀ ਇੰਨੀ ਰਹਿਮਤ ਹੈ ਮਾਲਕ ਪਰਮਾਤਮਾ ਦੀ। ਧਿਆਏ ਧਿਆਏ ਜੀਵੇਂ ਜਨ ਤੇਰੇ, ਸੱਚ ਸ਼ਬਦ ਮਨੇ ਮਾਣੋ ਜੀਓ। ਕਹਿੰਦੇ ਧਿਆ ਕੇ ਤੇਰੇ ਜਨ ਜੀਂਦੇ ਆ। ਹੁਣ ਇੱਥੇ ਦੇਖ ਲਓ, ਸੱਚ ਸ਼ਬਦ ਮਨੇ ਮਾਣੋ ਜੀ। ਇੱਥੇ ਸ਼ਬਦ ਆ ਗਿਆ, ਇੱਕ ਹੋ ਗਿਆ ਸ਼ਬਦ। ਧਿਆਏ ਜੀਵੇਂ ਜਨ ਤੇਰੇ, ਸੱਚ ਸ਼ਬਦ ਮਨੇ ਮਾਣੋ ਜੀਓ। ਸੱਚ ਸ਼ਬਦ ਨੂੰ ਮਨ ਦੇ ਵਿੱਚ ਮਾਣਦੇ ਆ ਪਾਏ। ਸੱਚ ਸਲਾਹਣ ਵਡ ਭਾਗੀ ਪਾਈਏ। ਕਹਿੰਦੇ ਸੱਚਾ ਸਲਾਹੁਣਾ ਜਿਹੜਾ ਹੈਗਾ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ। ਵੱਡੇ ਭਾਗ ਆ ਪਾਏ। ਗੁਰ ਪ੍ਰਸਾਦੀ ਹਰ ਗੁਣ ਗਾਈਏ। ਗੁਰੂ ਦੇ ਪ੍ਰਸਾਦ ਆ ਪਾਏ ਜਿਹੜੇ ਇਹ ਹਰ ਗੁਣ ਗਾਉਣ ਲੱਗ ਪਏ ਪਾਏ। ਜਿਹੜੇ ਇਸ ਤਰ੍ਹਾਂ ਜਿਹੜੇ ਹੈਗੇ ਧਿਆਨ ਸਿਮਰਨ ਕਰਨ ਲੱਗ ਪਏ, ਉਹ ਤਾਂ ਨਾਮ ਪਦਾਰਥ ਤੱਕ ਪਹੁੰਚ ਜਾਣਗੇ। ਉਹਨਾਂ ਦੇ ਤਾਂ ਨਾਮ ਦਾ ਨਿਸ਼ਾਨ ਆ ਜਾਏਗਾ। ਸੱਚ ਸਲਾਹਣ ਵਡ ਭਾਗੀ ਪਾਈਏ, ਗੁਰ ਪ੍ਰਸਾਦੀ ਹਰ ਗੁਣ ਗਾਈਏ। ਰੰਗ ਰਤੇ ਤੇਰਾ ਹੈ ਤੁਧ ਭਾਵੇਂ, ਸੱਚ ਨਾਮ ਨਿਸ਼ਾਨੋ ਜੀਓ। ਤੇਰੇ ਰੰਗ ਦੇ ਵਿੱਚ ਰੱਤੇ ਗਏ ਪਾਏ, ਤੈਨੂੰ ਭਾ ਗਏ ਉਹ। ਤੂੰ ਨਾਮ ਦਾ ਨਿਸ਼ਾਨ ਲਾਤਾ ਉਹਨਾਂ ਦੇ, ਨਾਮ ਪ੍ਰਗਟ ਕਰ ਦਿੱਤਾ ਉਹਨਾਂ ਦੇ। ਸੱਚੇ ਅੰਤ ਨਾ ਜਾਣੇ ਕੋਈ, ਥਾਂਤ ਅਨੰਤਰੇ ਸੱਚਾ ਸੋਈ। ਤੇਰਾ ਅੰਤ ਕੋਈ ਨਹੀਂ ਜਾਣ ਸਕਦਾ। ਤੂੰ ਹਰ ਜਗ੍ਹਾ ਤੇ ਜਿਹੜਾ ਹੈਗਾ, ਹਰ ਜਗ੍ਹਾ ਤੇ ਭਰਪੂਰ ਹੈਗਾ। ਨਾਨਕ ਸੱਚ ਧਿਆਈਏ ਸਦਹੀ, ਅੰਤਰਜਾਮੀ ਜਾਣੋ ਜੀਓ। ਕਹਿੰਦੇ ਹਮੇਸ਼ਾ ਇਸ ਸੱਚ ਨੂੰ ਧਿਆਉਣਾ ਚਾਹੀਦਾ ਹੈ ਭਾਈ। ਉਹ ਅੰਤਰਜਾਮੀ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ। ਨਾਨਕ ਸੱਚ ਧਿਆਈਏ ਸਦਹੀ, ਅੰਤਰਜਾਮੀ ਜਾਣੋ ਜੀਓ। ਕਹਿੰਦੇ ਉਹ ਅੰਤਰਜਾਮੀ ਜਿਹੜਾ ਹੈਗਾ ਸਾਰਾ ਕੁਝ ਜਾਣਦਾ ਹੈ। ਤੇਰੇ ਜਾਮੇ ਦੇ ਅੰਦਰ ਬੈਠਾ ਹੋਇਆ ਭਾਈ, ਉਹ ਦੂਰ ਥੋੜੀ ਨਾ ਹੈਗਾ। ਨਾਨਕ ਸੱਚ ਧਿਆਈਏ ਸਦੀ, ਅੰਤਰਜਾਮੀ ਜਾਣੋ ਜੀਓ। ਉਹ ਸਭ ਜਾਣਦਾ ਹੈ ਅੰਤਰਜਾਮੀ ਭਾਈ। ਹਮੇਸ਼ਾ ਜਿਹੜਾ ਹੈਗਾ ਇਹ ਧਿਆਨ ਸਿਮਰਨ ਸੱਚ ਤੇ ਹੋਣਾ ਚਾਹੀਦਾ ਹੈ। ਮਾਝ ਮਹਲਾ ਪੰਜਵਾਂ। ਰਹਿਣ ਸੁਹਾਵੜੀ ਦਿਨ ਸੁਹੇਲਾ, ਜਪਿ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਕਹਿੰਦੇ ਐਸਾ ਗੁਰੂ ਦੇ ਨਾਲ ਮੇਲ ਹੋਇਆ, ਸੰਤ ਦੇ ਨਾਲ ਮੇਲ ਹੋਇਆ, ਸਤ ਸੰਗਤ ਦੇ ਨਾਲ ਮੇਲ ਹੋਇਆ ਕਿ ਨਾਮ ਜਪਣ ਦੇ ਨਾਲ, ਅੰਮ੍ਰਿਤ ਨਾਮ ਜਪਣ ਦੇ ਨਾਲ ਰਾਤ ਦਿਨ ਸੋਹਣੇ ਹੋ ਗਏ। ਰਹਿਣ ਸੁਹਾਵੜੀ
ਦਿਨਸ ਸੁਹੇਲਾ। ਜਪਿ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਕੜੀ ਮੂਰਤ ਸਿਮਰਤ ਪਲ ਵੰਜੈ। ਜੀਵਨ ਸਫਲ ਤਿਥਾਈ ਜਿਉ। ਕਹਿੰਦੇ ਹੁਣ ਤਾਂ ਸਮਾਂ ਜਿਹੜਾ ਹੈਗਾ ਘੜੀ ਤੇ ਇੱਕ ਘੜੀ ਦੋ ਘੜੀ ਤੇ ਪਲ ਸਾਰੇ ਕਹਿੰਦੇ ਸਿਮਰਨ ਦੇ ਨਾਲ ਜਾਂਦੇ ਆ। ਜੀਵਨ ਜਿਹੜਾ ਹੈਗਾ ਸਫਲ ਹੈਗਾ ਉਸ ਜਗ੍ਹਾ 'ਤੇ। ਜੀਵਨ ਸਫਲ ਤਿਥਾਈ ਜਿਉ। ਸਿਮਰਤ ਨਾਮ ਦੋਖ ਸਭ ਲਾਥੇ। ਕਹਿੰਦੇ ਪਰਮੇਸ਼ਰ ਦੇ ਨਾਮ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਜਿਹੜੇ ਹੈਗੇ ਲੱਥ ਗਏ। ਹੁਣ ਇੱਥੇ ਦੇਖੋ ਇੱਕ ਦੁੱਖ ਵਰਡ ਆਉਂਦਾ ਹੈ, ਇੱਕ ਦੁੱਖ ਆਉਂਦਾ ਹੈ। ਬਾਣੀ ਦੇ ਵਿੱਚ ਬਾਰ-ਬਾਰ ਜਿਹੜੇ ਸ਼ਿਫਟ ਹੋ ਕੇ ਆਉਂਦੇ ਆ, ਇਹਨਾਂ ਦਾ ਮਤਲਬ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਦੁੱਖ ਜਿਹੜੇ ਹੈਗੇ ਤੇ ਦੁੱਖ ਜਿਹੜੇ ਹੈਗੇ ਆ ਇਹ ਪਾਪ ਹੈਗੇ ਆਪਣੇ। ਪਾਪ ਦੁੱਖ ਜਿਹੜੇ ਹੈਗੇ, ਦੁੱਖ ਆਪਾਂ ਨੂੰ ਜਿਹੜੇ ਹੈਗੇ ਜਿਸ ਤਰ੍ਹਾਂ ਜਨਮ ਮਰਨ ਦਾ ਦੁੱਖ ਹੋ ਗਿਆ, ਇਹ ਪਾਪਾਂ ਦੇ ਨਾਲ ਦੁੱਖ ਆਉਂਦੇ ਆ। ਸਿਮਰਤ ਨਾਮ ਦੁੱਖ ਸਭ ਲਾਥੇ। ਕਹਿੰਦੇ ਪਾਪ ਸਾਰੇ ਲੱਥ ਜਾਂਦੇ ਆ ਭਾਈ। ਅੰਤਰ ਬਾਹਰ ਹਰ ਪ੍ਰਭ ਸਾਥੇ। ਔਰ ਮਾਲਕ ਪਰਮਾਤਮਾ ਅੰਦਰ ਧਿਆਨ ਸਿਮਰਨ ਦੇ ਵਿੱਚ ਵੀ ਮਾਲਕ ਹੀ ਹੈਗਾ ਤੇ ਬਾਹਰ ਵੀ ਮਾਲਕ ਹੀ ਹੈ। ਸਾਥ ਹੈ ਮਾਲਕ ਪਰਮਾਤਮਾ, ਹਰ ਪਾਸੇ ਸਹਾਈ ਹੈ ਮਾਲਕ ਪਰਮਾਤਮਾ। ਭੈ ਭਾਉ ਭਰਮ ਖੋਇਆ ਗੁਰੇ ਪੂਰੇ। ਦੇਖਾਂ ਸਭਨੀ ਜਾਈ ਜਿਉ। ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਭੈ ਮਾਲਕ ਦੇ ਭੈ ਦੇ ਨਾਲ ਪਾਉ ਤੇ ਭਰਮ ਸਾਰਾ ਜਿਹੜਾ ਹੈ ਮਾਇਆ ਦਾ ਖੋ ਦਿੱਤਾ ਪੂਰੇ ਗੁਰੂ ਨੇ। ਔਰ ਉਹ ਮਾਲਕ ਪਰਮਾਤਮਾ ਹਰ ਪਾਸੇ ਉਹ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਭੈ ਭਾਉ ਭਰਮ ਖੋਇਆ ਗੁਰੇ ਪੂਰੇ। ਦੇਖਾਂ ਸਭਨੀ ਜਾਈ ਜਿਉ। ਪ੍ਰਭ ਸਮਰੱਥ ਵੱਡ ਊਚ ਅਪਾਰਾ। ਪ੍ਰਭ ਸਮਰੱਥ ਵੱਡ ਊਚ ਅਪਾਰਾ। ਨੌ ਨਿਧ ਨਾਮ ਭਰੇ ਭੰਡਾਰਾ। ਕਹਿੰਦੇ ਉਹ ਪਰਮਾਤਮਾ ਸਮਰੱਥ ਹੈਗਾ ਔਰ ਸਭ ਤੋਂ ਉੱਚਾ ਹੈਗਾ, ਅਪਾਰ ਸ਼ਕਤੀ ਦਾ ਮਾਲਕ ਹੈਗਾ। 9 ਨਿਧੀਆਂ 18 ਸਿੱਧੀਆਂ ਨਾਮ ਕਹਿੰਦੇ ਆ, ਇਹਦੇ ਭੰਡਾਰ ਭਰੇ ਪਏ ਆ ਮਾਲਕ ਪਰਮਾਤਮਾ ਦੇ ਨਾਮ ਧਨ ਦੇ। ਆਦਿ ਅੰਤ ਮੱਧ ਪ੍ਰਭ ਸੋਈ। ਦੂਜਾ ਲਵੇ ਨਾ ਲਾਈ ਜਿਉ। ਕਹਿੰਦੇ ਸ੍ਰਿਸ਼ਟੀ ਦੇ ਆਦਿ ਤੋਂ ਮੱਧ ਦੇ ਵਿੱਚ ਵੀ ਅੰਤ ਤੱਕ ਕਹਿੰਦੇ ਆ ਉਹ ਮਾਲਕ ਪਰਮਾਤਮਾ ਹੈਗਾ ਭਾਈ। ਔਰ ਜੀਵਨ ਦੇ ਵੀ ਆਦਿ ਤੋਂ ਅੰਤ ਤੋਂ ਮੱਧ ਦੇ ਵਿੱਚ ਸਾਰਾ ਮਾਲਕ ਪਰਮਾਤਮਾ ਉਹੀ ਹੈਗਾ। ਕਹਿੰਦੇ ਦੂਜਾ ਕੋਈ ਲਵੇ ਨਹੀਂ ਲਾਉਣਾ। ਕਰ ਕਿਰਪਾ ਮੇਰੇ ਦੀਨ ਦਿਆਲਾ। ਜਾਚਕ ਜਾਚੈ ਸਾਧ ਰਵਾਲਾ। ਹੇ ਮੇਰੇ ਮਾਲਕਾ ਮੇਰੇ ਉੱਤੇ ਕਿਰਪਾ ਕਰ, ਮੇਰੇ ਦੀਨ ਦੇ ਉੱਤੇ ਕਿਰਪਾ ਕਰ। ਹੇ ਦਿਆਲੂ ਮੈਨੂੰ ਗੁਰੂ ਦੀ ਰੱਜ ਦੇ। ਸਾਧ ਰਵਾਲਾ ਗੁਰੂ ਦੀ ਮੱਤ ਦੇ, ਗੁਰੂ ਦੀ ਰੱਜ ਦੇ ਮੈਨੂੰ। ਦੇ ਦਾਨ ਨਾਨਕ ਜਨ ਮੰਗੇ। ਸਦਾ ਹਰ ਧਿਆਈ ਜਿਉ। ਤੇਰਾ ਦਾਸ ਨਾਨਕ ਦਾਨ ਮੰਗਦਾ ਹੈ। ਮਿਹਰ ਕਰ ਮਾਲਕਾ ਕਿ ਮੈਨੂੰ ਤੇਰੇ ਧਿਆਨ ਸਿਮਰਨ ਦਾ, ਨਾਮ ਦਾ, ਭਗਤੀ ਪ੍ਰੇਮਾ ਭਗਤੀ ਦਾ ਦਾਨ ਦੇ। ਅੱਜ 38 ਹੋ ਗਏ। 2 ਮਿੰਟ ਜਿਹੜਾ ਹੈਗਾ ਮੈਨੂੰ ਦਿਓ ਜੀ, ਥੋੜ੍ਹਾ ਮੈਂ ਵਾਸ਼ਰੂਮ ਜਾ ਕੇ ਆਇਆ। ਬਾਕੀ ਆਪਾਂ ਇਸ ਤੋਂ ਬਾਅਦ ਕਰਦੇ ਹਾਂ। 2 ਮਿੰਟ ਤੁਸੀਂ ਆਪਸ ਦੇ ਵਿੱਚ ਗੱਲ ਕਰ ਸਕਦੇ ਹੋ। ਵਾਹਿਗੁਰੂ ਜੀ, ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਹਾਂਜੀ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਗਿਆਨ ਪ੍ਰਾਪਤ ਕਰ ਰਹੇ ਹਾਂ ਨਾ, ਇਹਦੇ ਨਾਲ ਸਾਨੂੰ ਪ੍ਰੈਕਟੀਕਲ ਕਰਨਾ ਅਤੀ ਜ਼ਿਆਦਾ ਹੁਣ ਜ਼ਰੂਰੀ ਹੋ ਗਿਆ। ਜੇਕਰ ਆਪਾਂ ਪ੍ਰੈਕਟੀਕਲ ਨਹੀਂ ਕਰਦੇ ਤੇ ਇੰਝ ਲੱਗਦਾ ਜੀ ਕਿ ਆਪਾਂ ਦੋਹਰੀ ਸਜ਼ਾ ਦੇ ਭਾਗੀ ਹੋ ਜਾਂਦੇ ਆ। ਜਿੱਦਾਂ ਅੱਜ ਦੱਸ ਰਹੇ ਸੀਗੇ ਕਿ ਆਪਾਂ ਨੂੰ ਇਹ ਜਿਹੜੇ ਭਾਗ ਹੈਗੇ ਆ, ਉਸ ਭਾਗਾ ਘਰ ਹੁੰਦਾ ਜਿੱਥੇ ਕੀਰਤਨ ਹੋਣ ਲੱਗ ਪੈਂਦਾ, ਜਿੱਥੇ ਅਨੰਦ ਸ਼ਬਦ ਵੱਜਦੇ ਆ। ਹੁਣ ਵੱਜਦੇ ਸਾਰਿਆਂ ਦੇ ਰਹੇ ਆ, ਪਰ ਅਸੀਂ ਨਹੀਂ ਸੁਣ ਰਹੇ। ਇਹਦਾ ਮਤਲਬ ਅਸੀਂ ਹੁਣ ਜਾਣ ਕੇ ਨਹੀਂ ਸੁਣਾਂਗੇ। ਇਸ ਕਰਕੇ ਜਿਹੜਾ ਇਹ ਗਿਆਨ ਦੇ ਰਿਹਾ ਹੈਗੇ ਜੀ ਅੱਜ, ਇਹਦੇ ਨਾਲ ਆਪਾਂ ਨੂੰ ਆਹ ਵੀ ਪ੍ਰੈਕਟੀਕਲ ਕਰਨ ਲਈ ਅਸੀਂ ਲੋੜੀਂਦਾ ਹੋ ਗਿਆ ਜੀ। ਬਾਕੀ ਤੁਸੀਂ ਦੱਸੋ ਜੀ ਇਹਦੇ ਬਾਰੇ। ਭਾਜੀ ਗੱਲ ਠੀਕ ਆ ਕਿ ਪ੍ਰੈਕਟੀਕਲੀ ਮੇਨ ਮੋਟਿਵ ਆ
ਮਤਲਬ ਗਿਆਨ ਜਿਹੜਾ ਆ ਮਤਲਬ ਉਹ ਲੈ ਕੇ ਉਹਨੂੰ ਜੇ ਕਮਾਇਆ ਨਹੀਂ ਤਾਂ ਫਿਰ ਤਾਂ ਉਹ ਪੜ੍ਹ ਕੇ ਉਹ ਜਿੱਦਾਂ ਕਹਿੰਦੇ ਨੇ ਗੱਡੀ ਲੱਦੀ ਏ। ਸੋ ਗੱਲ ਤੁਹਾਡੀ ਠੀਕ ਹੈ ਕਿ ਪਰਮਾਤਮਾ ਦੇ ਗਿਆਨ ਨੂੰ ਕਮਾਉਣਾ ਅਤੀ ਇੰਪੋਰਟੈਂਟ ਹੈ। ਮਤਲਬ ਦੈਟ ਇਜ਼ ਦਾ ਹੁਣ ਜ਼ਰੂਰੀ ਹੋ ਗਿਆ ਲੱਗਾ ਜੀ ਹਰ ਇੱਕ ਨੂੰ ਜਿੰਨੇ ਆਪਾਂ ਵਿਚਾਰ ਸੁਣ ਰਹੇ ਹੈਗੇ ਆ ਨਾ ਜੀ, ਆਪਾਂ ਗੁਰੂ ਜੀ ਦੇ ਕੋਲ ਬੈਠੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਲੱਗ ਰਿਹਾ ਮੈਨੂੰ ਜਦੋਂ ਸਭ ਨੂੰ ਸਮਝਾ ਰਹੇ ਹੈਗੇ ਕਿ ਪੁੱਤ ਹੁਣ ਤੂੰ ਆਹ ਕਰ ਲਾ, ਪੁੱਤ ਇਸ ਤਰੀਕੇ ਨਾਲ ਕਰ ਲਾ, ਤੂੰ ਏਦਾਂ ਕਰ ਲਾ। ਦੇਖੋ ਕਿੰਨੀਆਂ ਜ਼ਿਆਦੀਆਂ ਉਹ ਆਪਾਂ ਨੂੰ ਐਗਜ਼ਾਮਪਲਾਂ ਦੇ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ ਹੈਗੇ ਨੇ ਕਿ ਭਾਈ ਤੁਹਾਨੂੰ ਆ ਪ੍ਰੈਕਟੀਕਲ ਕਰਨਾ ਹੀ ਪੈਣਾ ਹੈਗਾ। ਹੁਣ ਜਿਸ ਵੇਲੇ ਆਪਾਂ ਮਨ ਦੀ ਜਿਹੜੀ ਹੈਗੀ ਆ ਨਾ ਇਹਦੇ ਵਾਸਤੇ ਜਿੱਦਾਂ ਰਹਿਤਾਂ ਵੀ ਦੱਸੀਆਂ ਸੀਗੀਆਂ, ਇੱਕ ਤਨ ਦੀਆਂ ਰਹਿਤਾਂ ਜਿਹੜੇ ਪੰਜ ਪਿਆਰੇ ਦੱਸਦੇ ਨੇ, ਮਨ ਦੀਆਂ ਰਹਿਤਾਂ ਸਾਰੀਆਂ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੱਸਣ ਲੱਗੇ ਹੋਏ ਨੇ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਨੂੰ ਗੁਰਬਾਣੀ ਜਿਹੜੀ ਸਮਝਾ ਰਹੇ ਨੇ ਉਹਦੇ ਅਨੁਸਾਰ ਹੀ ਸਾਨੂੰ ਇਹ ਮਨ ਦੀਆਂ ਰਹਿਤਾਂ ਵੀ ਰੱਖਣੀਆਂ ਪੈਣੀਆਂ। ਸਾਡੀ ਕਮਾਈ ਦਾ ਕਿ ਸਾਡਾ ਆਪਾਂ ਅੱਗੇ ਆਮ ਤੌਰ ਤੇ ਨਾ ਪੰਜਾਬੀ ਦੀ ਕਹਾਵਤਾਂ ਕਹਿੰਦੇ ਹੁੰਦੇ ਸੀਗੇ, ਜੈਸਾ ਅੰਨ ਤੈਸਾ ਮਨ, ਕਿ ਅਸੀਂ ਜੋ ਕੁਝ ਵੀ ਖੁਰਾਕ ਲਵਾਂਗੇ ਉਹਦਾ ਸਾਡੇ ਉੱਪਰ ਅਸਰ ਹੋਊਗਾ। ਹੁਣ ਸਾਡੇ ਉੱਪਰ ਇਸ ਵੇਲੇ ਅਸਰ ਜਿਹੜਾ ਸੀਗਾ ਇਹ ਮਨ ਦੇ ਉੱਤੇ ਕਿਹੜਾ ਅਸਰ ਹੋਇਆ ਜੀ, ਉਹ ਹੈ ਅੰਮ੍ਰਿਤ ਦਾ। ਕਿ ਅਸੀਂ ਜਿਹੜਾ ਅੰਮ੍ਰਿਤ ਹੁਣ ਅਸੀਂ ਅੰਦਰੋਂ ਪ੍ਰਾਪਤ ਕਰਨਾ, ਜਦ ਤੱਕ ਅਸੀਂ ਪ੍ਰੈਕਟੀਕਲੀ ਅੰਦਰੋਂ ਅੰਮ੍ਰਿਤ ਪ੍ਰਾਪਤ ਨਹੀਂ ਕਰ ਲੈਂਦੇ ਤਾਂ ਅਸੀਂ ਮਨ ਦੀ ਖੁਰਾਕ ਹੀ ਨਹੀਂ ਕੀਤੀ। ਜੇ ਮਨ ਦੀ ਖੁਰਾਕ ਨਹੀਂ ਦਿੱਤੀ ਹੈਗੀ ਹਾਲੇ ਤਾਂ ਸਾਡਾ ਇਹ ਜਿਹੜਾ ਅਸੀਂ ਕਰ ਰਹੇ ਹੈਗੇ ਆ ਸੰਗਤ, ਇਹ ਹਾਲੇ ਵੀ ਸਾਡੀ ਅਧੂਰੀ ਰਹਿੰਦੀ ਹੈ। ਇਸ ਕਰਕੇ ਮਨ ਨੂੰ ਹੁਣ ਅੰਮ੍ਰਿਤ ਦੀ ਖੁਰਾਕ ਸਾਨੂੰ ਅੰਦਰੋਂ ਜਿਹੜੀ ਹੈਗੀ ਆ ਉਹ ਲੈਣੀ ਸਿੱਖਣੀ ਅਤੀ ਜ਼ਰੂਰੀ ਹੈ ਜੀ। ਕਿ ਜਿਸ ਵੇਲੇ ਆਪਾਂ ਪ੍ਰੈਕਟੀਕਲ ਕਰਕੇ ਆਨੰਦ ਸ਼ਬਦ ਸਾਨੂੰ ਸੁਣਾਈ ਦੇਣ ਲੱਗ ਪੈਂਦੇ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਸਾਨੂੰ ਆਨੰਦ ਸ਼ਬਦ ਵੀ ਸੁਣਦੇ ਆ ਤੇ ਅੰਮ੍ਰਿਤ ਆਉਣ ਲੱਗ ਪੈਂਦਾ। ਜਿਸ ਵੇਲੇ ਸਾਨੂੰ ਹੁਣ ਅੰਦਰੋਂ ਅੰਮ੍ਰਿਤ ਆਇਆ ਹੈਗਾ ਜੀ, ਉਹਦਾ ਜਿਹੜਾ ਤਰੀਕਾ ਹੈਗਾ ਨਾ ਉਹ ਇਹੀ ਹੈਗਾ ਜੀ ਕਿ ਜਿਸ ਵੇਲੇ ਆਪਾਂ ਆਨੰਦ ਸ਼ਬਦ ਸੁਣਨ ਲੱਗ ਪਏ ਆ, ਸੁਣਦਿਆਂ ਅਸੀਂ ਜਿਹੜਾ ਸੀਗਾ ਜੀਵ ਨੂੰ ਜਿਹੜਾ ਸੀਗਾ ਮਾੜਾ ਜਿਹਾ ਪਿੱਛੇ ਕੀਤਾ ਦੰਦਾਂ ਤੋਂ, ਤੇ ਸਾਡੇ ਉਸੇ ਵੇਲੇ ਰਸ ਆਉਣਾ ਸ਼ੁਰੂ ਹੋਣ ਲੱਗ ਪਿਆ। ਇਹਦੇ ਨਾਲ ਸਾਨੂੰ ਸੁੱਖ ਵੀ ਬਹੁਤ ਜਲਦੀ ਪ੍ਰਾਪਤ ਹੁੰਦਾ ਹੈਗਾ ਤੇ ਇਹਦੇ ਨਾਲ ਹੀ ਸਾਡੇ ਮਨ ਦੀ ਜਿਹੜੀ ਖੁਰਾਕ ਸੀ ਉਹ ਵੀ ਪੈਦਾ ਹੋ ਜਾਏਗੀ। ਤੇ ਉਹ ਸਾਨੂੰ ਮਿਲੀ ਕਿੱਥੋਂ ਹੈਗੀ ਆ? ਆਨੰਦ ਸ਼ਬਦ। ਆਨੰਦ ਸ਼ਬਦ ਕਿਤੇ ਪਰਮਾਤਮਾ ਦਾ ਨਾਮ ਆ, ਇਸ ਕਰਕੇ ਮਿਲਣਾ ਸਾਨੂੰ ਪਰਮਾਤਮਾ ਤੋਂ ਆ, ਉਹਦੀ ਕਿਰਪਾ ਦੇ ਨਾਲ। ਪਰ ਅਸੀਂ ਕਿਰਪਾ ਉਹ ਤੋਂ ਮੰਗਣੀ ਆ। ਜਿੱਦਾਂ ਆਪਾਂ ਨੂੰ ਸਿਮਰਨ ਕਰਾਉਂਦੇ ਕੱਲ ਪਾਸੋਂ ਵਿਚਾਰ ਕਰਦੇ ਸੀਗੇ ਨਾ ਜੀ ਕਿ ਵਾਹਿਗੁਰੂ, ਇਹ ਤਾਂ ਆਪਾਂ ਤਗੜਾ ਲੈ ਰਹੇ, ਮੰਗ ਕਰ ਰਹੇ ਪਰਮਾਤਮਾ ਦੇ ਕੋਲ। ਜਿੰਨੀ ਵਾਰੀ ਵੀ ਅਸੀਂ ਪੁਕਾਰ ਕਰ ਰਹੇ ਹੈਗੇ ਆ ਉਨੀ ਵਾਰੀ ਅਸੀਂ ਪਰਮਾਤਮਾ ਦੇ ਸਨਮੁਖ ਹੀ ਤਗੜਾ ਹੀ ਲੈ ਰਹੇ ਹੈਗੇ ਆ ਜੀ। ਮੇਰਾ ਤਾਂ ਖਿਆਲ ਮੈਨੂੰ ਇਹ ਲੱਗਾ ਹੈਗਾ ਜੀ ਕਿ ਆਪਾਂ ਨੂੰ ਇਹਦਾ ਹੈਗਾ ਹੁਣ ਵੀਰ ਜੀ ਸਭ ਤੋਂ ਸ਼ੁਰੂਆਤੀ ਯਾਤਰਾ ਜਿਹੜੀ ਹੈ ਉਹ ਨਿਰਵਿਚਾਰ, ਜਿਵੇਂ ਗੁਰਕੀ ਵੀਰ ਜੀ ਕਰਵਾਉਂਦੇ ਆ, ਉਹ ਹੀ ਇੱਕ ਰਸਤਾ ਹੈ ਜਿਹਦੇ ਪਹਿਲਾਂ ਨਿਰਵਿਚਾਰ ਹੋ ਕੇ ਮੂਲਾਧਾਰ ਤੋਂ ਲੈ ਕੇ ਧੁਨ ਜਿਹੜਾ ਸਾਡਾ ਨਾਭੀ ਚੱਕਰ ਹੈ, ਬਸ ਉੱਥੇ ਤੱਕ ਦੀ ਯਾਤਰਾ ਤੁਹਾਡੇ ਬੱਸ 'ਚ। ਉਸ ਤੋਂ ਬਾਅਦ ਤੁਹਾਨੂੰ ਬੈਠਣਾ ਹੀ ਪੈਣਾ। ਉਸ ਤੋਂ ਬਾਅਦ ਤੁਸੀਂ ਬੈਠ ਨਹੀਂ ਸਕਦੇ, ਸਭ ਕੁਝ ਆਪਣੇ ਆਪ ਆਪੇ ਆਪ ਹੁੰਦਾ। ਫਿਰ ਉਹ ਆਊਗਾ ਤਾਂ ਹੀ ਜਦੋਂ ਸ਼ੁਰੂਆਤ ਕਰ ਰਹੀ ਹੈ ਜੀ। ਹਾਂਜੀ ਬਿਲਕੁਲ ਠੀਕ ਗੱਲ ਹੈ ਜੀ। ਜਦੋਂ ਆਪਾਂ ਇਹ ਕਰਦੇ ਆ ਨਾ ਜੀ ਵੀਰ ਜੀ, ਜਿਸ ਵੇਲੇ ਆਪਾਂ ਪਹਿਲਾਂ ਸਾਨੂੰ ਨਾਭੀ ਤੱਕ ਆਉਣਾ ਹੀ ਸਾਡੇ ਕੋਲ ਸਾਡੇ ਹੱਥ, ਮਤਲਬ ਜਿਹਨੂੰ ਕਹਿੰਦੇ ਆ ਵੀ ਅਸੀਂ ਸਾਡੇ ਹੱਥ ਮੀਨਸ ਕਿ ਅਸੀਂ ਅਰਦਾਸ ਕਰਕੇ ਜੋਦੜੀ ਕਰਕੇ ਨਿਰਵਿਚਾਰ ਹੋ ਕੇ ਬਸ ਉੱਥੇ ਅਸੀਂ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਸਕਦੇ, ਫਿਰ ਆਪਣੇ ਆਪ ਜਪਿਆ ਜਾਣਾ। ਇੱਕ ਵਾਰ ਤੱਕ ਦੀ ਗੇੜ ਹੈ ਬਸ। ਹਾਂਜੀ ਹਾਂਜੀ, ਉੱਥੋਂ ਤੱਕ ਸਾਨੂੰ ਆਪ ਪ੍ਰੈਕਟੀਕਲ ਕਰਨਾ ਪੈਣਾ ਜੀ। ਬਿਲਕੁਲ ਠੀਕ ਗੱਲ ਹੈ ਜੀ। ਹਾਂਜੀ 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 ਵੀਰ ਜੀ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ ਜੀ। ਅੱਗੇ ਮਾਫ ਕਰਨਾ ਜੀ, ਮੈਂ ਥੋੜਾ ਜਿਹਾ ਮੇਰਾ ਨਾ ਪੇਟ ਜਿਹੜਾ ਦਰਦ ਕਰ ਰਿਹਾ ਬਹੁਤ ਜ਼ੋਰ। ਵਾਹਿਗੁਰੂ ਭਲਾ ਕਰੇ ਦਾ ਮਤਲਬ ਜੀ, ਇਹ ਰੋਕਿਆ ਨਹੀਂ ਜਾ ਸਕਦਾ ਜੋ ਕੀਤਾ ਠੀਕ ਕਰ ਰਿਹਾ ਜੀ। ਮਾਝ ਮਹੱਲਾ ਪੰਜਵਾਂ। ਇੱਥੇ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ। ਵੀਰ ਜੀਓ, ਹਾਂਜੀ ਹਾਂਜੀ, ਤੁਹਾਡੀ ਐਬਸੈਂਸ ਦੇ ਵਿੱਚ ਨਾ ਮੈਡੀਟੇਟ ਕਿਸ ਤਰ੍ਹਾਂ ਕਰਨਾ ਆ ਇਹਦੀ ਗੱਲ ਹੋ ਰਹੀ ਸੀ। ਜਰਾ ਇਹਦੇ ਬਾਰੇ ਦੁਬਾਰਾ ਬਖਸ਼ਿਸ਼ ਕਰ ਦੇਣਾ, ਰਹਿਮਤ ਕਰ ਦੇਣਾ। ਵੀਰ ਜੀ ਮੈਡੀਟੇਸ਼ਨ ਜਿਹੜੀ ਹੈਗੀ ਆ, ਦੇਖੋ ਬਾਅਦ ਚ ਕਰ ਲਓ ਵੀਰ ਜੀ, ਤੁਸੀਂ ਫਿਨਿਸ਼ ਕਰ ਲਓ ਜਦੋਂ ਐਂਡ ਹੋਊਗਾ। ਹਾਂ ਐਂਡ ਦੇ ਵਿੱਚ ਕਰ ਲਾਂਗੇ ਆਪਾਂ, ਇਸ ਤੋਂ ਬਾਅਦ ਕਰ ਲਾਂਗੇ। ਠੀਕ ਹੈ ਠੀਕ ਹੈ ਜੀ, ਠੀਕ ਹੈ। ਹਾਂ ਉਹ ਜਦ ਸ਼ੁਰੂ ਕਰਾਂਗੇ ਆਪਾਂ ਉਦੋਂ ਥੋੜੇ 2 ਮਿੰਟ ਲਾਵਾਂਗੇ ਆਪਾਂ। ਠੀਕ ਹੈ ਜੀ। ਮਾਝ ਮਹੱਲਾ ਪੰਜਵਾਂ। ਇੱਥੇ ਤੂੰ ਹੈ ਆਗੇ ਆਪੇ,
ਕਹਿੰਦੇ ਇੱਥੇ ਵੀ ਜਿਹੜਾ ਹੈਗਾ ਹੁਣ ਜਿਹੜੇ ਇਸ ਰਸਤੇ 'ਤੇ ਜਿਹੜੇ ਹੈਗੇ ਗੁਰੂ ਦੇ ਦੁਆਰਾ ਜਿਹੜਾ ਹੈਗਾ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋਂ ਹਟੀਏ। ਕਹਿੰਦੇ ਉਹ ਫਿਰ ਜਿਹੜੇ ਹੈਗੇ ਇੱਥੇ ਵੀ ਅਤੇ ਅੱਗੇ ਵੀ ਮਾਲਕ ਪਰਮਾਤਮਾ ਆਪੇ ਹੀ ਆ। ਇੱਥੇ ਜਿਹੜਾ ਹੈਗਾ ਇੱਥੇ ਵੀ ਮਾਲਕ ਪਰਮਾਤਮਾ ਦੀ ਅਗਵਾਈ ਸ਼ੁਰੂ ਹੋ ਜਾਂਦੀ ਆ ਔਰ ਉਹਦੀ ਰਜ਼ਾ ਦੇ ਵਿੱਚ ਤੁਰਦੇ ਆ। ਕਹਿੰਦੇ ਅੱਗੇ ਤਾਂ ਤੂੰ ਹੈ ਹੀ ਹੈਗਾ। ਦੋਨੋਂ ਪਾਸੇ ਜਿਹੜਾ ਹੈਗਾ ਬਸ ਗੱਡੀ ਮਾਲਕ ਦੇ ਹਵਾਲੇ ਹੋ ਜਾਂਦੀ ਆ ਉਹਨਾਂ ਦੀ। ਇੱਥੇ ਤੂੰ ਹੈ ਅੱਗੇ ਆਪੇ, ਕਹਿੰਦੇ ਅੱਗੇ ਵੀ ਤੂੰ ਹੀ ਹੈਗਾ ਆ। ਜੀ ਜੰਤਰ ਸਭ ਤੇਰੇ ਥਾਪੇ, ਕਹਿੰਦੇ ਜੀ ਜੰਤ ਜਿਹੜੇ ਜਿੰਨੇ ਵੀ ਹੈਗੇ ਆ ਸ੍ਰਿਸ਼ਟੀ ਦੇ ਵਿੱਚ ਜਿਨ੍ਹਾਂ ਨੂੰ ਵੀ ਤੂੰ ਭੇਜਿਆ ਤੇਰੇ ਹੀ ਥਾਪੇ ਹੋਏ ਆ ਮਾਲਕਾ। ਤੂੰ ਹੀ ਥਾਪਿਆ, ਤੂੰ ਹੀ ਉਹਨਾਂ ਦੇ ਵਿੱਚ ਹੈਗਾ ਆ। ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜੀਓ, ਕਹਿੰਦੇ ਤੇਰੇ ਤੋਂ ਬਗੈਰ ਹੈ ਮੇਰੇ ਮਾਲਕਾ, ਤੇਰੇ ਤੋਂ ਬਗੈਰ ਕੋਈ ਨਹੀਂ ਹੈਗਾ, ਕੋਈ ਹੈ ਹੀ ਨਹੀਂ ਤੇਰੇ ਤੋਂ ਬਗੈਰ। ਬਸ ਮੈਨੂੰ ਤੇਰਾ ਹੀ ਆਸਰਾ ਹੈ ਮਾਲਕਾ, ਤੇਰੀ ਓਟ ਹੈ ਮੈਨੂੰ। ਰਸਨਾ ਜਪ ਜਪ ਜੀਵੈ ਸੁਆਮੀ ਬਾਹਰ ਬ੍ਰਹਮ ਪ੍ਰਭ ਅੰਤਰ ਜਾਮੀ, ਕਹਿੰਦੇ ਮੇਰੀ ਜੀਵ ਜਿਹੜੀ ਹੈਗੀ ਆ ਤੈਨੂੰ ਜਪ ਜਪ ਕੇ ਜੀਵੇ ਮਾਲਕਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਪਾਰ ਬ੍ਰਹਮ ਹੈਗਾ, ਜਿਹਨੇ ਸੰਸਾਰ ਸਮੁੰਦਰ ਜਿਹੜਾ ਹੈਗਾ ਇਸ ਤੋਂ ਪਰਲਾ ਬੰਨੇ ਜਿਹੜਾ ਹੈ ਮਾਲਕ ਪਰਮਾਤਮਾ ਨੇ ਪਾਰ ਲੰਘਾਉਣਾ ਹੈ। ਸਮੁੰਦਰ ਦੇ ਵਿੱਚ ਵੀ ਮਾਲਕ ਹੀ ਹੈਗਾ ਅਤੇ ਪਰਲੇ ਪਾਸੇ ਵੀ ਮਾਲਕ ਹੀ ਹੈਗਾ ਔਰ ਉਹ ਅੰਤਰਜਾਮੀ ਹੈ ਮਾਲਕ ਪਰਮਾਤਮਾ। ਜਿਨੇ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਓ। ਜਿਸ ਨੇ ਵੀ ਉਸ ਮਾਲਕ ਪਰਮਾਤਮਾ ਦੀ ਸੇਵਾ ਜਿਹੜੀ ਹੈਗੀ ਗੁਰੂ ਦੇ ਦੁਆਰਾ ਜੋ ਗੁਰੂ ਕਹਿ ਰਿਹਾ ਉਸ ਤਰ੍ਹਾਂ ਕੀਤੀ, ਕਹਿੰਦੇ ਉਹ ਜਨਮ ਜੂਏ ਦੇ ਵਿੱਚ ਨਹੀਂ ਹਾਰਦਾ ਭਾਈ। ਇਹ ਮਨੁੱਖੀ ਜਨਮ ਜੂਏ ਦੇ ਵਿੱਚ ਨਹੀਂ ਹਾਰਦਾ। ਨਾਮ ਔਖਦ ਜਿਨੇ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ। ਜਿਸ ਨੇ ਵੀ ਇਹ ਨਾਮ ਵਾਲੀ ਔਸ਼ਧੀ ਜਿਹੜੀ ਹੈਗੀ, ਇਹ ਰਸਾਇਣ ਜਿਹੜੀ ਹੈਗੀ ਗੁਰੂ ਤੋਂ ਪਾ ਲਈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ। ਕਹਿੰਦੇ ਉਹਨੇ ਜਨਮ ਜਨਮ ਦੀ ਫੰਦ ਕਟਾ ਲਈ, ਜਨਮ ਜਨਮ ਦਾ ਰੋਗ ਜਿਹੜਾ ਹੈਗਾ ਗਵਾ ਲਿਆ ਉਹਨੇ। ਨਾਮ ਔਖਦ ਜਿਹਨੇ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ। ਇਹ ਹਉਮੈ ਦਾ ਰੋਗ ਚਲਾ ਗਿਆ, ਜਨਮ ਮਰਨ ਦੇ ਗੇੜੇ ਚੋਂ ਬਾਹਰ ਆ ਗਿਆ। ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਓ। ਆ ਕੀਰਤਨ ਜਿਹੜਾ ਹੈਗਾ ਅਸੀਂ ਕੱਲ੍ਹ ਜਿਹੜਾ ਹੈਗਾ ਪੂਰਾ ਇਸ 'ਤੇ ਜਿਹੜਾ ਹੈਗਾ ਇਹ ਕਲੀਅਰ ਕੀਤਾ ਹੈ ਭਾਈ। ਕਹਿੰਦੇ ਆ ਦਿਨ ਰਾਤ ਜਿਹੜਾ ਹੈਗਾ ਆਹੀ ਪਰਮੇਸ਼ਰ ਦੇ ਜਪਣ ਵਾਲਾ ਕੀਰਤਨ ਜਿਹੜਾ ਹੈਗਾ, ਧਿਆਨ ਸਿਮਰਨ ਵਾਲਾ ਕੀਰਤਨ, ਕਹਿੰਦੇ ਦਿਨ ਰਾਤ ਇਹ ਕਰੋ ਇਹੀ ਸਫਲ ਕਾਰੀ ਹੈ ਭਾਈ। ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਓ। ਦ੍ਰਿਸ਼ਟਤਾਰ ਆਪਣਾ ਦਾਸ ਸਵਾਰਿਆ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਦਾਸ ਨੂੰ ਸਵਾਰ ਦਿੰਦਾ ਹੈ। ਦ੍ਰਿਸ਼ਟਤਾਰ ਆਪਣਾ ਦਾਸ ਸਵਾਰਿਆ। ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਔਰ ਉਹ ਦਾਸ ਹਰੇਕ ਦੇ ਅੰਦਰ ਉਹ ਮਾਲਕ ਪਰਮਾਤਮਾ ਨੂੰ ਹੀ ਦੇਖਦਾ ਹੈ, ਮਾਲਕ ਨੂੰ ਹੀ ਨਮਸਕਾਰ ਕਰਦਾ ਹੈ। ਇਕਸ ਵਿਣ ਹੋਰ ਦੂਜਾ ਨਾਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ। ਔਰ ਇਹ ਬਾਬਾ ਜਿਹੜਾ ਹੈ ਨਾਨਕ, ਬਾਬਾ ਨਾਨਕ ਜਿੱਥੇ ਵੀ ਆ ਗਿਆ ਵਰਡ, ਭਾਵੇਂ ਔਂਕੜ ਕੱਕੇ ਨੂੰ ਲੱਗੀ ਹੋਏ ਨਾ ਲੱਗੀ ਹੋਏ, ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਜਿਹੜਾ ਹੈਗਾ ਵਰਤਿਆ ਜਾਂਦਾ ਹੈ ਸ਼ਬਦ। ਬਾਣੀ ਦੇ ਵਿੱਚ ਕਈ ਜਗ੍ਹਾ 'ਤੇ ਆਉਂਦਾ ਹੈ ਬਾਬਾ ਨਾਨਕ। ਇਕਸ ਬਿਨ ਹੋਰ ਦੂਜਾ ਨਾਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ। ਕਹਿੰਦੇ ਇਹ ਬਾਬਾ ਨਾਨਕ ਨੇ ਆਹੀ ਸਾਰ ਮਤ ਦਿੱਤੀ ਹੈ ਭਾਈ, ਇੱਕ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੈਗਾ। ਮਾਝ ਮਹਲਾ ਪੰਜਵਾਂ। ਮਨ ਤਨ ਰੱਤਾ ਰਾਮ ਪਿਆਰੇ। ਇਸ ਤਰੀਕੇ ਦੇ ਨਾਲ ਅਭਿਆਸੀਆਂ ਦਾ ਮਨ ਵੀ ਔਰ ਤਨ ਵੀ ਜਿਹੜਾ ਹੈਗਾ ਪ੍ਰੇਮਾ ਭਗਤੀ ਦੇ ਵਿੱਚ ਰੱਥਿਆ ਜਾਂਦਾ ਹੈ ਭਾਈ, ਰੰਗਿਆ ਜਾਂਦਾ ਹੈ, ਰੱਥਿਆ ਜਾਂਦਾ ਹੈ ਉਸ ਰਾਮ ਦੇ ਨਾਲ, ਉਸ ਪਿਆਰੇ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਨਹੀਂ ਦਿਸਦਾ। ਮਨ ਤਨ ਰੱਤਾ ਰਾਮ ਪਿਆਰੇ ਸਰਬਸ ਦੀਜੇ ਆਪਣਾ ਵਾਰੇ। ਕਹਿੰਦੇ ਉਹ ਤਾਂ ਆਪਣਾ ਸਾਰਾ ਕੁਛ ਵਾਰ ਦਿੰਦੇ ਆ। ਆਠ ਪਹਿਰ ਗੋਬਿੰਦ ਗੁਣ ਗਾਈਏ ਬਿਸਰ ਨਾ ਕੋਈ ਸਾਸਾ ਜੀਓ। ਕਹਿੰਦੇ 8 ਪਹਿਰ ਪਰਮਾਤਮਾ ਦੇ ਗੁਣ ਇਸ ਤਰ੍ਹਾਂ ਧਿਆਨ ਸਿਮਰਨ ਕਰਦੇ ਆ। ਕਹਿੰਦੇ ਕੋਈ ਸਾਹ ਜਿਹੜਾ ਹੈਗਾ ਖਾਲੀ ਨਹੀਂ ਜਾਂਦਾ ਭਾਈ। ਕਹਿੰਦੇ ਮਾਲਕਾ ਮਿਹਰ ਕਰ, ਬਿਸਰਨਾ ਇੱਕ ਸਾਹ ਵੀ ਨਾ ਵਿਸਾਰਾਂ ਮੈਂ ਤੈਨੂੰ। ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ। ਕਹਿੰਦੇ ਉਹੀ ਸੱਜਣ ਹੈਗਾ, ਉਹੀ ਮਿੱਤਰ ਹੈਗਾ, ਉਹੀ ਪਿਆਰਾ ਹੈਗਾ। ਕਹਿੰਦੇ ਜਿਹੜਾ ਰਾਮ ਦੇ ਨਾਮ ਨੂੰ
ਸਾਧ ਸੰਗ ਗੁਰੂ ਦੀ ਸੰਗਤ ਦੇ ਦੁਆਰਾ ਵਿਚਾਰਦਾ ਹੈ, ਰਾਮ ਦੇ ਨਾਮ ਦੀ ਵਿਚਾਰ ਕਰਦਾ ਹੈ। ਬਈ ਆਹ ਕੰਮ ਹੈਗਾ ਸਭ ਤੋਂ ਇੰਪੋਰਟੈਂਟ, ਆਹ ਕੰਮ ਹੈਗਾ ਕਰਨ ਵਾਲਾ, ਇਸ ਵਾਸਤੇ ਆਪਾਂ ਆਏ ਹਾਂ, ਇਸ ਵਾਸਤੇ ਮਨੁੱਖ ਸਰੀਰ ਮਿਲਿਆ ਹੈ। ਜਿਹੜਾ ਆਹ ਵਿਚਾਰਦਾ ਹੈ ਕਹਿੰਦੇ ਉਹ ਸੱਜਣ ਆ ਭਾਈ, ਉਹ ਮਿੱਤਰ ਆ, ਪਿਆਰਾ ਆ, ਉਹਦੀ ਸੰਗਤ ਕਰ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਜੇ ਸਾਗਰ, ਕਟੀਏ ਜਮ ਕੀ ਫਾਸਾ ਜਿਓ। ਗੁਰੂ ਦੀ ਸੰਗਤ ਦੇ ਨਾਲ ਇਹ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ ਔਰ ਜਮ ਦੀ ਫਾਹੀ ਕੱਟੀ ਜਾਂਦੀ ਹੈ। ਚਾਰ ਪਦਾਰਥ ਹਰ ਕੀ ਸੇਵਾ, ਕਹਿੰਦੇ ਚਾਰੋਂ ਪਦਾਰਥ ਧਰਮ ਅਰਥ ਕਾਮ ਮੋਖ, ਕਹਿੰਦੇ ਚਾਰੋਂ ਪਦਾਰਥ ਜਿਹੜੇ ਹੈਗੇ ਇਹ ਪਰਮੇਸ਼ਰ ਦੇ ਧਿਆਨ ਸਿਮਰਨ ਦੇ ਵਿੱਚ ਆ ਜਾਂਦੇ। ਆਹੀ ਪਰਮਾਤਮਾ ਦੀ ਸੇਵਾ ਹੈਗੀ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਪਾਰ ਜਾਤ ਜਬ ਅਲਖ ਅਪੇਵਾ, ਕਹਿੰਦੇ ਪਾਰ ਜਾਤ ਜਿਹੜੇ ਹੈਗੇ ਆ ਉਹ ਰੁੱਖ, ਕਹਿੰਦੇ ਉਹ ਵੀ ਉਸ ਅਲਖ ਅਫੇਵ ਮਾਲਕ ਪਰਮਾਤਮਾ ਨੂੰ ਜਪਣਾ, ਉਹਦੇ ਨਾਲ ਹੀ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ। ਕਾਮ ਕ੍ਰੋਧ ਕਿਲ ਬਿਖ ਗੁਰੇ ਕਾਟੇ, ਪੂਰਨ ਹੋਈ ਆਸਾ ਜੀਓ। ਇਸ ਤਰ੍ਹਾਂ ਜਿਹੜਾ ਹੈਗਾ, ਜਿਹੜਾ ਵੀ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਆ ਕੰਮ ਕਰਦਾ ਹੈ, ਗੁਰੂ ਦੇ ਅਨੁਸਾਰ ਜਿਹੜਾ ਹੈਗਾ ਧਿਆਨ ਸਿਮਰਨ ਕਰਦਾ ਹੈ, ਜਪਣਾ ਧਿਆਨ ਸਿਮਰਨ, ਕਹਿੰਦੇ ਉਹ ਕਾਮ ਕ੍ਰੋਧ ਜਿਹੜੇ ਹੈਗੇ, ਉਹਦੇ ਬੱਜਰ ਪਾਪ ਜਿਹੜੇ ਹੈਗੇ, ਇਹ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਆ। ਇਹ ਦੋਖੀ ਤੇ ਦੋਖ ਦੂਰ ਹੋ ਜਾਂਦੇ ਆ ਸਾਰੇ। ਪੂਰਨ ਹੋਈ ਆਸਾ ਜੀਓ, ਔਰ ਉਹਦੀ ਆਸ ਜਿਹੜੀ ਹੈਗੀ ਪੂਰਨ ਹੋ ਜਾਂਦੀ ਹੈ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੀ। ਪੂਰਨ ਭਾਗ ਪਾਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਕਹਿੰਦੇ ਜਿਹਦੇ ਵੀ ਪੂਰੇ ਭਾਗ ਜਾਗ ਗਏ, ਪੂਰਨ ਹੋ ਗਏ ਭਾਗ, ਜਿਹਦੇ ਸਵਾਸ ਪੂਰੇ ਜਿਹੜੇ ਹੈਗੇ ਉੱਥੇ ਜਮ੍ਹਾਂ ਕਰਾਤੇ ਜਿਹਨੇ, ਕਹਿੰਦੇ ਉਸ ਇਨਸਾਨ ਨੂੰ ਗੁਰੂ ਦੀ ਸੰਗਤ ਦੇ ਦੁਆਰਾ ਉਹ ਮਾਲਕ ਪਰਮਾਤਮਾ ਸਾਰੰਗ ਪਾਣੀ ਮਿਲ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ ਉਹਦੇ ਹਿਰਦੇ ਦੇ ਵਿੱਚ। ਪੂਰਨ ਭਾਗ ਪਾਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਤਿਸ ਅੰਤਰ, ਪਰਵਾਨ ਗ੍ਰਸਤ ਉਦਾਸਾ ਜੀਓ, ਕਹਿੰਦੇ ਨਾਮ ਉਹਦੇ ਅੰਦਰ ਵਸ ਜਾਂਦਾ ਹੈ ਭਾਈ। ਗ੍ਰਸਤੀ ਦੇ ਵਿੱਚ ਜਿਹੜਾ ਹੈਗਾ ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗ੍ਰਸਤ ਉਦਾਸਾ ਜੀਓ। ਗ੍ਰਸਤੀ ਦੇ ਵਿੱਚ ਉਹ ਜਿਹੜਾ ਹੈਗਾ, ਗ੍ਰਸਤੀ ਦੇ ਵਿੱਚ ਹੀ ਉਦਾਸ ਜਿਹੜਾ ਹੈਗਾ, ਗ੍ਰਸਤ ਦੇ ਵਿੱਚ ਰਹਿ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਾਇਆ ਦੇ ਵਿੱਚ ਜਿਹੜਾ ਹੈਗੇ ਸਾਰੇ ਸਵਾਦ ਚੋਗੇ ਦੇ ਵਿੱਚ ਰਹਿ ਕੇ ਇਸ ਤੋਂ ਅਟੰਕ ਰਹਿਣਾ ਪਾਏ, ਇਸ ਤਰ੍ਹਾਂ ਉਹ ਪ੍ਰਵਾਨ ਹੋ ਜਾਂਦਾ ਹੈ, ਜਿਹੜਾ ਉਦਾਸ ਹੋ ਜਾਂਦਾ ਹੈ। ਮਾਝ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਹਿੰਦੇ ਨਾਮ ਦੇ ਸਮਰਨ ਕਰਨ ਦੇ ਨਾਲ ਹਿਰਦੇ ਦੇ ਵਿੱਚ ਸੁਖ ਆ ਜਾਂਦਾ ਹੈ। ਕਰ ਕਿਰਪਾ ਭਗਤੀ ਪ੍ਰਗਟਾਇਆ, ਐਸ ਆਇਆ ਕਿਰਪਾ ਮਾਲਕ ਪਰਮਾਤਮਾ ਦੀ, ਕਹਿੰਦੇ ਜਿਹੜੇ ਸਿਮਰਨ ਕਰਦੇ ਆ ਸੁਖੀ ਹੋ ਜਾਂਦੇ ਆ, ਔਰ ਮਾਲਕ ਪਰਮਾਤਮਾ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਭਗਤੀ ਭਗਤਾਂ ਦੇ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਭਗਤਾਂ ਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨਾਂ ਦੇ ਹਿਰਦੇ 'ਚ ਆ ਗਿਆ ਭਾਈ, ਭਗਤਾਂ ਦੇ ਹਿਰਦੇ 'ਚ ਪ੍ਰਗਟ ਕਰ ਲਿਆ ਉਹਨਾਂ ਨੇ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ, ਕਿਵੇਂ ਕੀ ਕੀਤਾ ਉਹਨਾਂ ਨੇ, ਕਹਿੰਦੇ ਗੁਰੂ ਦੀ ਸੰਗਤ ਕੀਤੀ, ਪਰਮੇਸ਼ਰ ਦੇ ਨਾਮ ਨੂੰ ਜਪਿਆ, ਸਾਰੇ ਆਲਸ ਤੇ ਰੋਗ ਜਿਹੜੇ ਹੈਗੇ ਉਹਨਾਂ ਦੇ ਬਿਨਸ ਗਏ। ਆਲਸ ਕੀ ਹੈ, ਮਾਇਆ ਦੇ ਵਿੱਚ ਜਿਹੜਾ ਹੈਗਾ ਆਪਾਂ ਇੱਕਦਮ ਜਿਹੜੇ ਹੈਗੇ ਤਤਪਰ ਇੱਕ ਤਤਪਰ ਹੁੰਦੇ ਆ, ਇੱਕਦਮ ਜਿਹੜੇ ਹੈਗੇ ਚੌਕਸ ਹੁੰਦੇ ਆ ਰੱਬ ਦੇ ਵੱਲ, ਇਹ ਧਿਆਨ ਸਿਮਰਨ ਵਾਲਾ ਆਲਸ ਕਰਦੇ ਆ। ਜਾਂ ਕੇ ਗ੍ਰਹਿ ਨਾਉ ਨਿਧ ਹਰ ਪਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਕਹਿੰਦੇ ਜਿਹਦੇ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ, ਇਹ ਪਰਮੇਸ਼ਰ ਦਾ ਨਾਮ ਹੈਗਾ ਭਾਈ, ਉਸ ਨੂੰ ਉਹ ਮਾਲਕ ਪਰਮਾਤਮਾ ਉਹਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ, ਜਿਹਦੀ ਪਹਿਲੀ ਵੀ ਕਮਾਈ ਹੁੰਦੀ ਆ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀ, ਉਹ ਮਾਲਕ ਪਰਮਾਤਮਾ ਗਿਆਨ ਔਰ ਧਿਆਨ ਜਿਹੜਾ ਹੈਗਾ ਉਹ ਸਾਰੀਆਂ ਗੱਲਾਂ ਸਾਰਿਆਂ ਦੇ ਸਭ ਕੁਝ ਕਰਨ ਦੇ ਸਮਰੱਥ ਜਿਹੜਾ ਹੈਗਾ ਉਹ ਪ੍ਰਗਟ ਹੋ ਜਾਂਦਾ ਹੈ। ਖਿੰਨ ਮੇ ਥਾਪ ਉਥਾਪਨ ਹਾਰਾ, ਖਿੰਨ ਦੇ ਵਿੱਚ ਮਾਲਕ ਪਰਮਾਤਮਾ ਜਿਹੜਾ ਹੈਗਾ ਬਣਾ ਕੇ ਮਿਟਾ ਦਿੰਦਾ ਹੈ। ਆਪ ਇਕੰਤੀ ਆਪ ਪਸਾਰਾ, ਉਹ ਮਾਲਕ ਪਰਮਾਤਮਾ ਆਪ
ਦੇਖ ਲਓ ਸਾਰਾ ਪਸਾਰਾ ਕਰਕੇ ਵੀ ਇਹ ਪਸਾਰੇ ਦੇ ਵਿੱਚ ਹੁੰਦੇ ਹੋਏ ਵੀ ਜਿਹੜਾ ਹੈਗਾ ਗੁਪਤ ਹੈਗਾ ਮਾਲਕ ਪਰਮਾਤਮਾ, ਇਕੰਤੀ ਹੈਗਾ ਉਹ। ਲੇਪ ਨਹੀਂ ਜਗਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜਿਉ। ਉਸ ਮਾਲਕ ਪਰਮਾਤਮਾ ਨੂੰ ਇਹ ਮਾਇਆ ਜਿਹਨੇ ਬਣਾਈ ਆ, ਸਾਰਾ ਸੰਸਾਰ ਮਾਇਆ ਦੇ ਵਿੱਚ ਲਿਪਤ ਹੈ, ਉਹਨੂੰ ਜਰਾ ਵੀ ਲੇਪ ਨਹੀਂ ਹੈ। ਔਰ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੇ ਨਾਲ ਸਾਰੇ ਦੇ ਸਾਰੇ ਵਿਜੋਗ ਜਿਹੜੇ ਹੈਗੇ ਲੈ ਜਾਂਦੇ ਆ। ਅੰਚਲ ਲਾਏ ਸਭ ਸ੍ਰਿਸ਼ਟ ਤਰਾਈ। ਜਿਹੜਾ ਵੀ ਦੇਖੋ ਡਿਮਾਂਡ ਕਰਨੀ ਆ ਆਪਾਂ ਨੇ, ਡਿਮਾਂਡ ਕਰਨੀ ਹੈ, ਬਸ ਦਿਲੋਂ ਜੈਨੂਇਨ ਡਿਮਾਂਡ ਕਰਨੀ ਹੈ, ਬਾਪੂ ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹੈ। ਮਾਲਕ ਉਹਨੂੰ ਉਸੇ ਵੇਲੇ ਗੁਰੂ ਦੇ ਦੁਆਰਾ ਆਪਣੇ ਅੰਚਲ ਨਾਲ ਲਾ ਦਿੰਦਾ ਹੈ। ਅੰਚਲ ਲਾਏ ਸਭ ਸ੍ਰਿਸ਼ਟ ਤਰਾਈ। ਸਾਰੀ ਸ੍ਰਿਸ਼ਟੀ ਜਿਹੜੇ ਹੈਗੇ ਸਾਰੇ ਜੀਵ ਇਸੇ ਤਰੀਕੇ ਦੇ ਨਾਲ ਤਰਾਏ ਔਰ ਤਰਦੇ ਰਹਿਣਗੇ। ਅੰਚਲ ਲਾਏ ਸਭ ਸ੍ਰਿਸ਼ਟ ਤਰਾਈ, ਆਪਣਾ ਨਾਮ ਆਪ ਜਪਾਈ। ਮਾਲਕ ਆਪਣਾ ਨਾਮ ਜਿਹੜਾ ਹੈਗਾ ਆਪ ਜਪਾਉਂਦਾ ਹੈ ਭਾਈ। ਇਹ ਧਿਆਨ ਸਿਮਰਨ ਇਹ ਦਾਤ ਮਾਲਕ ਪਰਮਾਤਮਾ ਆਪ ਦਿੰਦਾ, ਆਪ ਕਰਵਾਉਂਦਾ ਹੈ। ਜਿਹੜਾ ਚਾਹੁੰਦਾ ਇਸ ਰਸਤੇ ਤੇ ਤੁਰਨਾ, ਗੁਰ ਬੋਹਿਤ ਪਾਇਆ ਕਿਰਪਾ ਤੇ, ਗੁਰੂ ਨੂੰ ਮਿਲਾ ਦਿੰਦਾ ਹੈ। ਜਹਾਜ਼ ਗੁਰੂ ਦਾ ਕਿਰਪਾ ਦੇ ਨਾਲ ਮਿਲ ਜਾਂਦਾ ਹੈ। ਨਾਨਕ ਤੁਰੇ ਸੰਜੋਗਾ ਜਿਉ, ਔਰ ਉਹਦੇ ਤੁਰੋਂ ਜਿਹੜੇ ਹੈਗੇ ਉਹਦੇ ਸੰਜੋਗ ਪ੍ਰਗਟ ਹੋ ਜਾਂਦੇ ਆ। ਮਾਝ ਮਹੱਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ। ਕਹਿੰਦੇ ਜੋ ਮਾਲਕ ਪਰਮਾਤਮਾ ਕਰਾਉਂਦਾ ਹੈ ਉਹਦੇ ਭਾਣੇ ਦੇ ਵਿੱਚ ਰਹਿਣਾ ਭਾਈ। ਕਹਿੰਦੇ ਉਹੀ ਕਰਨਾ ਹੈ, ਮੈਂ ਤਾਂ ਉਹੀ ਕਰਦਾ ਹੈ ਜੋ ਮਾਲਕ ਪਰਮਾਤਮਾ ਮੈਨੂੰ ਕਰਾਉਂਦਾ ਹੈ। ਜਿੱਥੇ ਰੱਖੈ ਸਾਹ ਭਲੀ ਜਾਏ। ਕਹਿੰਦੇ ਜਿੱਥੇ ਵੀ ਰੱਖ ਰਿਹਾ ਹੈ ਮਾਲਕ ਪਰਮਾਤਮਾ, ਉਹ ਕਹਿੰਦੇ ਭਲੀ ਥਾਂ ਹੈ ਭਾਈ। ਮੇਰੇ ਵਾਸਤੇ ਸਭ ਤੋਂ ਭਲੀ ਥਾਂ ਉਹੀ ਹੈਗੀ ਆ। ਸੋਈ ਕਰਨਾ ਜੋ ਜੇ ਆਪ ਕਰਾਏ। ਕਹਿੰਦੇ ਉਹੀ ਕਰਨਾ ਜੋ ਮਾਲਕ ਕਰਵਾ ਰਿਹਾ। ਜਿੱਥੇ ਰੱਖ ਰਿਹਾ ਹੈ ਭਲੀ ਜਗ੍ਹਾ ਹੈਗੀ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੇ ਜਿਸ ਮਿੱਠਾ ਜੀਓ। ਕਹਿੰਦੇ ਉਹੀ ਸਿਆਣਾ ਹੈ ਭਾਈ, ਉਹੀ ਪਤ ਵਾਲਾ ਹੈ, ਪਤਵੰਤਾ ਹੈਗਾ, ਜਿਹਨੂੰ ਹੁਕਮ ਮਾਲਕ ਪਰਮਾਤਮਾ ਦਾ ਮਿੱਠਾ ਲੱਗ ਪਿਆ। ਜਦੋਂ ਧਿਆਨ ਸਿਮਰਨ ਕਰਨ ਲੱਗ ਪਿਆ, ਬਸ ਉਹ ਤਾਂ ਜਿੱਥੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ, ਜਿੱਥੇ ਵੀ ਜਿਸ ਅਵਸਥਾ ਦੇ ਵਿੱਚ ਜੋ ਦਿੱਤਾ ਹੈ ਉਹਦੇ ਨਾਲ ਹੀ ਰਾਜੀ ਹੈ, ਖੁਸ਼ ਹੈਗਾ ਕਿ ਮਾਲਕਾ ਸ਼ੁਕਰ ਹੈ ਤੇਰਾ, ਤੂੰ ਜਿਹੜਾ ਹੈਗਾ ਮੈਨੂੰ ਆਪਣੀ ਭਗਤੀ ਨਾਲ ਲਾਇਆ। ਸਭ ਪਰੋਈ ਇਕਤ ਧਾਗੈ, ਜਿਤ ਲਾਏ ਲਏ ਜਿਸ ਲਾਏ ਲਏ ਸੋ ਚਰਨੀ ਲਾਗੇ। ਸਾਰੀ ਸ੍ਰਿਸ਼ਟੀ ਮਾਲਕ ਪਰਮਾਤਮਾ ਨੇ ਇੱਕ ਧਾਗੇ ਦੇ ਵਿੱਚ ਪਰੋਈ ਹੋਈ ਹੈ, ਸੂਤ ਦੇ ਵਿੱਚ ਪਰੋਈ ਹੋਈ ਹੈ। ਸਾਰੀਆਂ ਮਣੀਆਂ ਸੂਤ ਦੇ ਵਿੱਚ ਪਰੋਈਆਂ ਹੋਈਆਂ। ਸਭ ਪਰੋਈ ਇਕਤ ਧਾਗੈ, ਜਿਤ ਲਾਏ ਲਏ ਸੋ ਚਰਨੀ ਲਾਗੇ। ਜਿਹਨੂੰ ਉਹ ਮਾਲਕ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਲਾਉਂਦਾ ਹੈ, ਉਹ ਚਰਨਾਂ ਦੇ ਨਾਲ ਲੱਗ ਜਾਂਦਾ ਹੈ, ਸ਼ਬਦ ਰੂਪੀ ਚਰਨਾਂ ਦੇ ਨਾਲ। ਇਹ ਚਰਨੀ ਲੱਗਣਾ ਕੀ ਹੈਗਾ ਬਈ, ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਲਿਵ ਵਾਲਾ ਰਸਤਾ ਐਕਸੈਪਟ ਕਰ ਲੈਣਾ। ਊਂਦ ਕਮਲ ਜਿਸ ਹੋਏ ਪ੍ਰਗਾਸਾ, ਤੇਨੇ ਸਰਬ ਨਿਰੰਜਨ ਡੀਠਾ ਜਿਉ। ਜਿਹਦੇ ਅੰਦਰ ਜਿਹੜਾ ਹੈਗਾ ਪੁੱਠਾ ਕਮਲ ਜਿਹੜਾ ਹੈਗਾ, ਹਿਰਦਾ ਕਮਲ ਪੁੱਠਾ ਹੈ ਜਿਹੜਾ, ਜਿਹਦੇ ਅੰਦਰ ਸੰਸਕਾਰਾਂ ਦੀ ਮੈਲ ਪਈ ਆ, ਜਦੋਂ ਊਂਦ ਕਮਲ ਪ੍ਰਗਾਸ਼ਿਤ ਹੋ ਜਾਂਦਾ ਹੈ, ਸਿੱਧਾ ਹੋ ਜਾਂਦਾ ਹੈ, ਤੇ ਸਾਰੇ ਪਾਸੇ ਉਹ ਨਿਰੰਜਨ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਅੰਦਰ ਪ੍ਰਗਟ ਹੋ ਜਾਂਦਾ ਹੈ। ਤੇਰੀ ਮਹਿਮਾ ਤੂੰ ਹੈ ਜਾਣੇ, ਹੇ ਮੇਰੇ ਮਾਲਕਾ ਤੇਰੀ ਮਹਿਮਾ ਤੂੰ ਜਾਣਦਾ ਹੈ। ਤੂੰ ਜਾਣਦਾ ਹੈ ਮਾਲਕਾ, ਆਪਣਾ ਆਪ ਤੂੰ ਆਪ ਪਛਾਣੇ। ਕਹਿੰਦੇ ਤੂੰ ਕੀ ਹੈਗਾ ਮਾਲਕਾ, ਕਿੰਨਾ ਕੁ ਵੱਡਾ ਹੈਗਾ, ਤੂੰ ਜਾਣਦਾ ਹੈ, ਕੋਈ ਨਹੀਂ ਜਾਣ ਸਕਦਾ। ਹਉ ਬਲਿਹਾਰੀ ਸੰਤਨ ਤੇਰੇ, ਜਿਹਨੇ ਕਾਮ ਕ੍ਰੋਧ ਲੋਭ ਪੀਠਾ ਜਿਉ। ਮੈਂ ਤਾਂ ਬਲਿਹਾਰ ਹਾਂ ਤੇਰੇ ਸੰਤਾਂ ਤੋਂ, ਉਹਨਾਂ ਬ੍ਰਹਮ ਗਿਆਨੀਆਂ ਤੋਂ, ਉਹਨਾਂ ਭਗਤਾਂ ਤੋਂ, ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਨੂੰ ਪੀ ਦਿੱਤਾ। ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਕਹਿੰਦੇ ਤੈਨੂੰ ਤੂੰ ਮਾਲਕਾ ਨਿਰਵੈਰ ਆ, ਤੇਰੇ ਵਾਸਤੇ ਸਾਰੇ ਇੱਕ ਹੈਗੇ, ਔਰ ਤੇਰੇ ਸੰਤ ਜਿਹੜੇ ਹੈਗੇ ਉਹ ਵੀ ਨਿਰਮਲ ਹੈਗੇ ਆ। ਉਹ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਾਰਿਆਂ ਦੇ ਵਿੱਚ ਤੂੰ ਹੀ ਨਜ਼ਰ ਆਉਂਦਾ ਹੈ। ਜਿਨ ਦੇਖੇ ਸਭ ਉਤਰੇ ਕਲਮਲ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪ ਜਿਹੜੇ ਹੈਗੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਨਾਨਕ ਨਾਮ ਧਿਆਏ ਜੀਵੈ, ਬਿਨ ਸਿਆ ਪਰਮ ਪਉ ਢੀਠਾ ਜਿਉ। ਕਹਿੰਦੇ ਮੈਂ ਤਾਂ ਨਾਮ ਨੂੰ ਧਿਆ ਕੇ ਆਤਮਿਕ ਰੂਪ 'ਚ ਜਿੰਦਾ ਹੋ ਜਾਣਾ ਹੈ। ਇਹਦੇ ਨਾਲ ਮੇਰਾ ਜਿਹੜਾ ਹੈਗਾ ਮਾਇਆ ਦਾ ਭਰਮ, ਮਾਇਆ ਦਾ ਡਰ, ਇਹ ਜਿਹੜਾ ਹੈਗਾ ਸਾਰਾ ਦਾ ਸਾਰਾ ਢੀਠ ਜਿਹੜਾ ਹੈਗਾ
ਇਹ ਨਹੀਂ ਜਿਹੜਾ ਹੈਗਾ ਪਿੱਛਾ ਛੱਡਦਾ, ਇਹ ਮਾਇਆ ਇਹ ਜਿਹੜੀ ਹੈਗੀ ਆ ਇਹ ਬਿਨਸ ਜਾਂਦੀ ਆ, ਵਸ 'ਚ ਆ ਜਾਂਦਾ ਹੈ ਮਨ। ਆਖਰੀ ਸ਼ਬਦ ਇਸ ਲੜੀ ਦਾ ਮਾਝ ਮਹੱਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਖੜੀ ਨਾ ਲਾਗੈ। ਦੇਖ ਲਓ ਭਾਈ, ਆਪਾਂ ਜਿਹੜੇ ਹੈਗੇ ਜਾ ਕੇ ਦਾਤਾਂ ਮੰਗਦੇ ਹਾਂ, ਕੋਈ ਕੁਛ ਮੰਗਦਾ ਹੈ, ਕੋਈ ਮਾਇਆ ਮੰਗਦਾ ਹੈ, ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਆਪਾਂ ਜਿਵੇਂ ਪਾਤਸ਼ਾਹੀ ਕੀ ਕਹਿ ਰਹੀ ਆ, ਕਹਿੰਦੇ ਝੂਠਾ ਮੰਗਣਿਆ ਪਿਆਰਿਓ, ਝੂਠਾ ਮੰਗਣਿਆ। ਜੇ ਝੂਠਾ ਮੰਗਣ ਮਾਇਆ ਮੰਗਾਂਗੇ ਤੇ ਮਾਇਆ ਦੇ ਮੰਗਣ ਦੇ ਨਾਲ ਕੀ ਹੁੰਦਾ ਹੈ? ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਕੜੀ ਨਾ ਲਾਗੇ। ਕਹਿੰਦੇ ਉਹ ਤਾਂ ਮਰ ਗਿਆ ਭਾਈ, ਮਾਇਆ ਦੇ ਵਿੱਚ ਮਰ ਗਿਆ, ਕੜੀ ਨਹੀਂ ਲੱਗਣੀ, ਮਾਇਆ ਦੇ ਵਿੱਚ ਹੀ ਖਚਤ ਹੋ ਜਾਣਾ ਉਹਨੇ, ਰੱਬ ਵਾਲੇ ਪਾਸਿਓਂ ਮਰ ਗਿਆ ਉਹ। ਆਤਮਿਕ ਮੌਤ ਹੋ ਗਈ ਉਸਦੀ ਮਾਇਆ ਦੇ ਨਾਲ। ਜਿਸ ਕੋਲ ਮਾਇਆ ਜ਼ਿਆਦਾ ਆ ਗਈ, ਆਤਮਿਕ ਮੌਤ ਹੋ ਗਈ। ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਕੜੀ ਨਾ ਲਾਗੇ। ਪਾਰ ਬ੍ਰਹਮ ਜੋ ਸਦੀ ਦੇਵ ਸੇਵਾ, ਸੋ ਗੁਰ ਮਿਲ ਨਿਹਚਲ ਕਹਿਣਾ। ਕਹਿੰਦਾ ਜਿਹੜਾ ਹਮੇਸ਼ਾ ਮਾਲਕ ਪਰਮਾਤਮਾ ਦੀ ਭਗਤੀ ਕਰਦਾ ਆ, ਕਹਿੰਦੇ ਉਹ ਤਾਂ ਗੁਰੂ ਨੂੰ ਮਿਲਿਆ ਹੈ ਭਾਈ। ਔਰ ਉਹਨੂੰ ਆਪਾਂ ਕਹਿ ਸਕਦੇ ਹਾਂ ਭਾਈ ਇਹ ਨਿਹਚਲ ਹੈਗਾ, ਇਹਨੂੰ ਮਾਇਆ ਨਹੀਂ ਡੁਲਾ ਸਕਦੀ, ਇਹਨੂੰ ਮਾਇਆ ਜਿਹੜੀ ਹੈਗੀ ਆ ਆਤਮਿਕ ਮੌਤ ਕਾਲ ਨਹੀਂ ਮਾਰ ਸਕਦਾ। ਪ੍ਰੇਮ ਭਗਤ ਜਿਸਕੇ ਮਨ ਲਾਗੀ, ਗੁਣ ਗਾਵੇ ਅਨਦਿਨ ਨਿਤ ਜਾਗੀ। ਕਹਿੰਦੇ ਪ੍ਰੇਮਾ ਭਗਤੀ ਜਿਹਦੇ ਮਨ ਦੇ ਵਿੱਚ ਜਿਹੜੀ ਹੈ ਘਰ ਕਰ ਗਈ, ਜਿਹਦੇ ਅੰਦਰ ਜਿਹੜੀ ਖਿੱਚ ਪੈ ਗਈ ਪ੍ਰੇਮਾ ਭਗਤੀ ਦੇ ਨਾਲ, ਕਹਿੰਦੇ ਗੁਣ ਗਾਵੇ ਅਨਦਿਨ ਨਿਤ ਜਾਗੀ। ਕਹਿੰਦੇ ਉਹ ਤਾਂ ਨਿਤ ਜਿਹੜਾ ਹੈਗਾ ਅਨਦਿਨ ਜਿਹੜਾ ਹੈਗਾ ਜਾਗ ਜਾਂਦਾ ਹੈ ਔਰ ਧਿਆਨ ਸਿਮਰਨ ਕਰਦਾ ਹੈ, ਪ੍ਰੇਮਾ ਭਗਤੀ ਕਰਦਾ ਹੈ। 8 ਬਾਹ ਪਕੜ ਤਿਸ ਸੁਆਮੀ ਮੇਲੇ, ਜਿਸਕੇ ਮਸਤਕ ਲਹਿਣਾ। ਇਸ ਤਰ੍ਹਾਂ ਭਾਈ ਉਹ ਮਾਲਕ ਪਰਮਾਤਮਾ ਦੇ ਗੁਰੂ ਦੇ ਦੁਆਰਾ ਜਿਹੜਾ ਹੈਗਾ ਬਾਂਹ ਫੜ ਲੈਂਦਾ ਔਰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਹਦੇ ਮੱਥੇ ਤੇ ਲੇਖ ਚਮਕ ਜਾਂਦੇ ਆ ਭਾਈ, ਜਿਹਦੇ ਮੱਥੇ ਤੇ ਜਿਹੜਾ ਹੈਗਾ ਆ ਲੈਣਾ ਹੈ ਭਾਈ ਮਾਲਕ ਪਰਮਾਤਮਾ ਤੋਂ, ਮਾਲਕ ਦੇ ਦਰਸ਼ਨ, ਉਹਨੂੰ ਮਾਲਕ ਦੇ ਦਰਸ਼ਨ ਹੋ ਜਾਂਦੇ। ਮਾਲਕ ਪਰਮਾਤਮਾ ਉਹਦੀ ਬਾਂਹ ਫੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਚਰਨ ਕਮਲ ਭਗਤਾਂ ਮਨੇ ਉਠੇ। ਭਗਤਾਂ ਦੇ ਮਨ ਦੇ ਵਿੱਚ ਚਰਨ ਕਮਲ ਜਿਹੜੇ ਹੈਗੇ ਆ, ਇਹ ਸ਼ਬਦ ਰੂਪੀ ਚਰਨ ਕਮਲ, ਇਹ ਭਗਤਾਂ ਦੇ ਮਨ ਦੇ ਵਿੱਚ ਉੱਠ ਜਾਂਦੇ ਆ, ਹਿਰਦਾ ਕਮਲ ਪ੍ਰਕਾਸ਼ਿਤ ਹੋ ਜਾਂਦਾ ਹੈ। ਵਿਣ ਪਰਮੇਸ਼ਰ ਸਗਲੇ ਮੁੱਠੇ। ਔਰ ਜਿਹੜੇ ਭਗਤੀ ਨਹੀਂ ਕਰਦੇ ਮਾਲਕ ਪਰਮਾਤਮਾ ਦੀ, ਕਹਿੰਦੇ ਬਸ ਕਹਿੰਦੇ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਮੁੱਠੇ ਕਹਿੰਦੇ ਆ, ਲੁੱਟੇ ਹੋਏ ਆ ਸਾਰੇ ਦੇ ਸਾਰੇ। ਮਾਇਆ ਨੇ ਲੁੱਟ ਲਿਆ ਉਹਨਾਂ ਨੂੰ, ਕਾਲ ਨੇ ਖਾ ਲਿਆ। ਸੰਤ ਜਨਾ ਕੀ ਤੋੜ ਨਿਤ ਬਾਂਛੇ, ਨਾਮ ਸੱਚੇ ਕਾ ਗਹਿਣਾ। ਔਰ ਜਿਹਨਾਂ ਦੇ ਅੰਦਰ ਚਰਨ ਕਮਲ ਉੱਠ ਜਾਂਦੇ ਆ, ਜਿਹੜੇ ਪ੍ਰੇਮਾ ਭਗਤੀ ਕਰਦੇ ਆ, ਉਹ ਸਾਧ ਸੰਗਤ ਦੀ ਧੂੜ ਮੰਗਦੇ ਆ ਭਾਈ, ਸੰਤ ਜਨਾਂ ਦੀ ਧੂੜ, ਬ੍ਰਹਮ ਗਿਆਨੀਆਂ ਦੀ ਧੂੜ, ਨਿਤ ਬਾਂਛੇ ਨਿਤ ਮੰਗਦੇ ਆ, ਨਾਮ ਸੱਚੇ ਕਾ ਗਹਿਣਾ। ਔਰ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਜਿਹੜਾ ਹੈਗਾ ਗਹਿਣਾ ਹੈਗਾ ਭਾਈ। ਉਹ ਨਾਮ ਦੇ ਨਾਲ ਹੀ ਜਿਹੜੇ ਹੈਗੇ ਸੋਹਣਾ ਜੀਵਨ ਹੋ ਜਾਂਦਾ ਹੈ, ਸੋਹਣੇ ਲੱਗਦੇ ਆ, ਚਮਕਦੇ ਆ। ਉਠਤ ਬੈਠਤ ਹਰ ਹਰ ਗਾਈਏ। ਹਾਂਜੀ 43ਵਾਂ ਹੀ ਕਰ ਰਹੇ ਹਾਂ ਅਸੀਂ ਜੀ। ਹਾਂਜੀ 50ਵਾਂ ਸ਼ਬਦ ਕਰ ਰਹੇ ਹਾਂ, ਆਖਰੀ ਬੰਦ। ਹਾਂਜੀ ਉਠਤ ਬੈਠਤ ਹਰ ਹਰ ਗਾਈਏ। ਕਹਿੰਦੇ ਉੱਠਦੇ ਬੈਠਦੇ ਜਿਹੜਾ ਹੈਗਾ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਨਾ ਚਾਹੀਦਾ ਹੈ, ਪ੍ਰੇਮ ਦੇ ਨਾਲ ਕਰਨਾ ਚਾਹੀਦਾ ਹੈ। ਉਠਤ ਬੈਠਤ ਹਰ ਹਰ ਗਾਈਏ, ਜਿਸ ਸਿਮਰਤ ਵਰ ਨਹੀਂ ਚਲ ਪਾਈਏ। ਕਹਿੰਦੇ ਜਿਹਦੇ ਸਮਰਨ ਕਰਨ ਦੇ ਨਾਲ ਉਹ ਵਰ ਪਰਮਾਤਮਾ ਔਰ ਨਿਹਚਲ ਜਿਹੜਾ ਹਮੇਸ਼ਾ ਨਿਹਚਲ ਆ ਉਹ ਵਰ ਪ੍ਰਾਪਤ ਹੋ ਜਾਂਦਾ ਹੈ। ਉਠਤ ਬੈਠਤ ਹਰ ਹਰ ਗਾਈਏ, ਜਿਸ ਸਿਮਰਤ ਵਰ ਨਿਹਚਲ ਪਾਈਏ। ਨਾਨਕ ਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ। ਕਹਿੰਦੇ ਹੇ ਮੇਰੇ ਮਾਲਕਾ, ਮੇਰੇ ਉੱਤੇ ਵੀ ਦਇਆ ਕਰ ਦੇ, ਮੇਰੇ ਉੱਤੇ ਵੀ ਦਇਆ ਕਰ ਦੇ ਮਾਲਕਾ। ਬਸ ਮੈਨੂੰ ਜਿਹੜਾ ਹੈਗਾ
ਤੇਰਾ ਕੀਤਾ ਹੋਇਆ ਜਿਹੜਾ ਹੈਗਾ, ਤੇਰਾ ਭਾਣਾ ਮਿੱਠਾ ਲੱਗੇ, ਤੇਰੇ ਭਾਣੇ ਦੇ ਅਨੁਸਾਰ ਮੈਂ ਤੇਰੇ ਭਾਣੇ ਦੇ ਵਿੱਚ ਮੈਂ ਰਹਿ ਸਕਾਂ, ਔਰ ਮੈਨੂੰ ਜਿਹੜਾ ਹੈਗਾ ਮੈਨੂੰ ਇਹ ਦਾਤ ਦੇ ਦੇ। ਹੇ ਦਿਆਲੂ, ਮੈਨੂੰ ਵੀ ਇਹ ਜਿਹੜਾ ਹੈਗਾ ਉੱਠਦੇ ਬੈਠਦੇ ਜਿਹੜਾ ਹੈਗਾ ਇਹ ਤੇਰੀ ਭਗਤੀ ਜਿਹੜੀ ਹੈਗੀ, ਇਹ ਤੇਰਾ ਸਿਮਰਨ ਜਿਹੜਾ ਹੈਗਾ ਇਹ ਵਰ ਦੇ ਦੇ ਮਾਲਕਾ, ਔਰ ਤੇਰੇ ਭਾਣੇ ਦੇ ਵਿੱਚ ਰਹਿ ਕੇ ਮੈਂ ਜਿਹੜੀ ਹੈਗੀ ਤੇਰੀ ਇਹ ਕਾਰ ਜਿਹੜੀ ਹੈਗੀ, ਤੁਰਕੀ ਕਾਰ ਜਿਹੜੀ ਹੈਗੀ ਇਹ ਕਮਾ ਸਕਾਂ, ਕਰ ਸਕਾਂ। ਇਹ ਜੀ 43 ਪੂਰੇ ਹੋ ਗਏ। ਵੀਰ ਜੀ ਉਹ ਹਾਂਜੀ ਹਾਂਜੀ ਇਹ ਪਹਿਲੇ ਅੰਕ ਨੂੰ ਦੁਬਾਰਾ ਕਰਿਓ, ਬੜੀ ਡੂੰਗੀ ਜੀ ਗੁਰੂ ਬਾਬਾ ਗੱਲ ਕਹਿ ਰਹੇ ਆ, ਝੂਠਾ ਮੰਗਣ ਵਾਲੀ। ਹਾਂਜੀ ਹਾਂਜੀ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਕੜੀ ਨਾ ਲਾਗੇ। ਕਹਿੰਦੇ ਜਿਹੜਾ ਵੀ ਝੂਠਾ ਮੰਗਣ ਮੰਗਦਾ, ਮਾਇਆ ਦੀ ਮੰਗ ਕਰਦਾ ਹੈ, ਕਹਿੰਦੇ ਉਹ ਤਾਂ ਮਰ ਗਿਆ। ਮਾਇਆ ਦੇ ਵਿੱਚ ਜਿਹੜਾ ਮਾਇਆ ਜਿਹਦੀ ਇੱਛਾ ਜਿਹੜੀ ਮਾਇਆ ਦੀ ਹੈਗੀ ਆ, ਉਹ ਰੱਬ ਵਾਲੇ ਪਾਸੇ ਤਾਂ ਗਿਆ। ਉਹ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਕੜੀ ਨਾ ਲਾਗੇ। ਕਹਿੰਦੇ ਕੜੀ ਵੀ ਨਹੀਂ ਲੱਗਣੀ ਉਹਨੂੰ ਮਰਦੇ। ਉਹ ਜਿਹੜਾ ਹੈਗਾ ਉਹ ਰੱਬ ਵਾਲੇ ਪਾਸੇ ਤੋਂ ਜਿਹੜਾ ਟੁੱਟ ਜਾਣਾ ਉਸਨੇ। ਮਾਇਆ ਜਿਹੜੀ ਹੈਗੀ, ਮਾਇਆ ਤਾਂ ਜਿਹੜੀ ਹੈਗੀ ਆ ਉਹ ਤਾਂ ਸਵਾਦ ਦਿੰਦੀ ਹੈ ਇਨਸਾਨ ਨੂੰ। ਝੂਠਾ ਮੰਗਣ ਜੇ ਕੋਈ ਮੰਗ ਹੈ ਤਿਸ ਕੋ ਮਰਤੇ ਕੜੀ ਨਾ ਲਾਗੇ। ਪਾਰ ਬ੍ਰਹਮ ਜੋ ਸਦ ਹੀ ਸੇਵਾ ਸੋ ਗੁਰਮਿਲ ਨਿਸ਼ਚਲ ਕਹਿਣਾ। ਕਹਿੰਦੇ ਆ ਭਾਈ ਨਿਸ਼ਚਲ ਜਿਹੜਾ ਪਰਮੇਸ਼ਰ ਦਾ ਹਮੇਸ਼ਾ ਹੀ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਦਾ, ਪ੍ਰੇਮ ਭਗਤੀ ਕਰਦਾ, ਕਹਿੰਦੇ ਉਹ ਆ ਅਸਲੀ ਧਨ ਭਾਈ, ਉਹ ਆ ਅਸਲੀ ਧਨ, ਉਹ ਨਿਸ਼ਚਲ ਹੈਗਾ। ਸੋ ਗੁਰਮਿਲ ਨਿਸ਼ਚਲ ਕਹਿਣਾ, ਉਹ ਨਹੀਂ ਮਰਦਾ ਭਾਈ, ਉਹ ਨਿਸ਼ਚਲ ਹੈਗਾ। ਮਾਇਆ ਦੇ ਹੱਲਿਆਂ ਤੋਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਮਾਇਆ ਉਹਨੂੰ ਨਹੀਂ ਡਿਗਾ ਸਕਦੀ, ਮਾਇਆ ਨੂੰ ਹਿਚਕੋਲੇ ਨਹੀਂ ਦੇ ਸਕਦੀ। ਹਾਂਜੀ ਵੀਰ ਜੀ ਠੀਕ ਹੈ ਜੀ ਵੀਰ ਜੀ, ਥੈਂਕ ਯੂ ਜੀ। ਹਾਂਜੀ ਹਾਂਜੀ ਇਹ ਜੀ ਮੈਂ ਰਿਕਾਰਡਿੰਗ ਬੰਦ ਕਰ ਦਿੰਦਾ ਜੀ। ਉਹਨਾਂ ਜੀ ਤੁਹਾਡੀ ਐਬਸੈਂਸ ਦੇ ਵਿੱਚ ਵਿਚਾਰ ਹੋ ਰਹੀ ਸੀ ਸਿਮਰਨ ਕਿਸ ਤਰ੍ਹਾਂ ਕਰਨਾ ਹੈਗਾ ਆ। ਹਾਂਜੀ ਹਾਂਜੀ ਉਹਦੇ ਬਾਰੇ ਮੜ ਜਾ 2 ਮਿੰਟ ਲਈ ਨਾ ਜੀ ਦੁਬਾਰਾ ਜਰਾ। ਉਹ ਦੇਖੋ ਜੀ ਸਿਮਰਨ ਜਿਹੜਾ ਹੈਗਾ, ਦੇਖੋ ਜਿਸ ਹਾਂਜੀ 1 ਮਿੰਟ ਜੀ ਆ ਇਹਨਾਂ ਦੀ ਬੜੀ ਆਵਾਜ਼ ਆ ਰਹੀ ਹੈ ਜੀ। ਪ੍ਰਭ ਕਾ ਸਿਮਰਨ ਹਾਂਜੀ ਬੰਦ ਹੋ ਗਈ ਜੀ। ਇਹਦੇ ਵਾਸਤੇ ਜਿਹੜਾ ਹੈਗਾ ਪਹਿਲਾਂ ਸ਼ੁਰੂਆਤ ਜਿਹੜੀ ਹੈਗੀ, ਜਿਸ ਤਰ੍ਹਾਂ ਹੁਣ ਸਟਾਰਟਿੰਗ ਜਿਸ ਇਨਸਾਨ ਨੇ ਕਰਨੀ ਆ ਤੇ ਭਾਈ ਉਹ ਜਿਹੜਾ ਹੈਗਾ ਬੈਖਰੀ ਸ਼ਬਦ ਤੋਂ ਸਟਾਰਟਿੰਗ ਕਰਨੀ ਪਊਗੀ, ਕਿਉਂਕਿ ਇਮੀਡੀਏਟਲੀ ਜਿਹੜਾ ਹੈ, ਕਿਉਂਕਿ ਇਨਸਾਨ ਜਿਹੜਾ ਹੈਗਾ ਆਪਾਂ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਹੈਗੇ ਆਪਾਂ ਵਿਚਾਰਾਂ ਦੇ ਨਾਲ ਅੰਦਰ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ, ਔਰ ਇੰਨੇ ਸੰਸਕਾਰ ਹੈਗੇ, ਇੰਨੀ ਕਾਲਕ ਹੈਗੀ ਆ, ਔਰ ਇੰਨੇ ਵਿਚਾਰ ਜਿਹੜੇ ਅੰਦਰ ਜਿਹੜੇ ਹੈਗੇ ਜਿਵੇਂ ਮਧੂਮੱਖੀਆਂ ਦਾ ਛੱਤਾ ਹੁੰਦਾ ਹੈ, ਪੂਰਾ ਦਾ ਪੂਰਾ ਛੱਤਾ ਹੈਗਾ ਅੰਦਰ। ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਇੱਕ ਅੱਖਰ ਜਿਹੜਾ ਹੈਗਾ ਜੋ ਸ਼ਬਦ ਹੈਗਾ ਉਹਦੀ ਬੈਖਰੀ ਜਿਹੜਾ ਹੈਗਾ ਉਹਦੇ ਤੋਂ ਆਪਾਂ ਨੂੰ ਯਾਤਰਾ ਸ਼ੁਰੂ ਕਰਨੀ ਪੈਣੀ ਆ। ਪਿਆਰ ਦੇ ਨਾਲ ਉਹ ਸ਼ਬਦ ਨੂੰ ਆਪਾਂ ਨੇ ਜਪਣਾ ਹੈਗਾ ਜਾਂ ਬੋਲਣਾ ਹੈਗਾ ਪਿਆਰ ਦੇ ਨਾਲ, ਔਰ ਉਹਦੇ ਨਾਲ ਉਹਨੂੰ ਮਨ ਜਿਹੜਾ ਹੈਗਾ ਆਪਣਾ ਉਹਦੇ ਨਾਲ ਲਾਉਣਾ ਹੈਗਾ। ਜੀਭ ਦਾ ਸਹਾਰਾ ਲੈਣਾ ਹੈ, ਜੀਭ ਦੇ ਨਾਲ ਬੋਲਣਾ ਹੈ, ਮਨ ਉਹਦੇ ਨਾਲ ਲੱਗਣਾ ਚਾਹੀਦਾ ਹੈ। ਬਸ ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਰਨੀ ਸ਼ੁਰੂ ਕਰਨੀ ਆ। ਇਸ ਤੋਂ ਬਾਅਦ ਜਿਹੜਾ ਹੈਗਾ ਜਦ ਵਿਚਾਰ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਇਹਦੇ ਨਾਲ ਆਪਾਂ ਨੇ ਕੀ ਕਰਨਾ ਹੈ, ਅੰਦਰ ਜਿਹੜਾ ਹੈਗਾ ਆਪਾਂ ਨੇ ਆਪਣੇ ਅੰਦਰ ਜਿਹੜਾ ਹੈਗਾ ਚਿੱਤ ਜਿਹੜਾ ਹੈਗਾ ਜਿੱਥੇ ਜਿਹੜਾ ਜਾਗਦਾ ਹੈਗਾ, ਜਿਹੜਾ ਮਾਫ ਕਰਨਾ 1 ਸੈਕਿੰਡ ਜੀ, ਕਿਉਂਕਿ ਇਹ ਵਿਚਾਰ ਜਿਹੜੇ ਹੈਗੇ ਆਪਣੇ ਚਿੱਤ ਦੇ ਉੱਤੇ ਸਾਰੇ ਦੇ ਸਾਰੇ ਪਟਲ ਦੇ ਉੱਤੇ ਆਉਂਦੇ ਆ, ਤੇ ਜਿਆਦਾ ਵਿਚਾਰ ਘਟ ਜਾਂਦੇ ਆ ਤੇ ਫਿਰ ਇਹਨਾਂ ਦੇ ਅੰਦਰ ਗੈਪ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਚਿੱਤ ਦੇ ਉੱਤੇ ਜਿਹੜੇ ਵਿਚਾਰ ਹੈਗੇ ਆ, 2 ਵਿਚਾਰ ਇਕੱਠੇ ਕਦੀ ਨਹੀਂ ਆਉਣਗੇ, ਇੱਕ ਆਊਗਾ ਤੇ ਉਸ ਤੋਂ ਬਾਅਦ ਦੂਜਾ ਆਊਗਾ। ਇਹ ਜਿਸ ਤਰ੍ਹਾਂ ਟ੍ਰੇਨ ਦੇ ਡੱਬੇ ਹੁੰਦੇ ਆ, ਇੱਕ ਗਿਆ ਤੇ ਦੂਸਰਾ ਆਇਆ, ਉਹਦੇ ਵਿਚਾਲੇ ਗੈਪ ਹੈਗਾ। ਬਸ ਉਹ ਗੈਪ ਜਿਹੜਾ ਹੈਗਾ ਆਪਾਂ ਨੇ ਉਹ ਗੈਪ ਨੂੰ ਵਧਾਉਣਾ ਹੈਗਾ। ਇੱਕ ਵਾਰੀ ਜਿਸ ਤਰ੍ਹਾਂ ਵਾਹਿਗੁਰੂ
ਔਰ ਚੁੱਪ ਹੋ ਗਏ ਆਪਾਂ। ਨਹੀਂ ਵਾਹਿਗੁਰੂ ਜੀ, ਅਸੀਂ ਤੁਹਾਡੀ ਮੈਂ ਗੱਲ ਸੁਣਦਾ ਸੀਗਾ ਜੀ ਕਿ ਜਿਹੜਾ ਆਪਾਂ ਨੂੰ ਮੈਡੀਟੇਸ਼ਨ ਜੇਕਰ ਹੁਣ ਨਹੀਂ ਕਰਦੇ ਤਾਂ ਅਸੀਂ ਕਾਨੂੰਨ ਭੰਗ ਨਹੀਂ ਕਰ ਰਹੇ, ਕਿ ਜਿਵੇਂ ਕਾਨੂੰਨ ਜਾਣਦੇ ਹੋਏ ਹੁਣ ਅਸੀਂ ਤਾਂ ਨਾ ਕਰੀਏ ਤਾਂ ਇਹ ਦੋਹਰੀ ਸਜ਼ਾ ਦੇ ਹੱਕਦਾਰ ਹੋ ਜਾਗੇ ਨਾ ਜੀ। ਕਿ ਜੇਕਰ ਅਸੀਂ ਹੁਣ ਨਾ ਕਰੀਏ, ਕਿਉਂਕਿ ਸਾਨੂੰ ਮਨੁੱਖਾ ਦੇਹੀ ਦੇ ਵਿੱਚ ਆ ਕੇ ਸਾਨੂੰ ਸੰਗਤ ਕਰਨ ਦਾ ਵੀ ਹੋ ਗਿਆ। ਉਸ ਤੋਂ ਬਾਅਦ ਦੇ ਵਿੱਚ ਜਿਵੇਂ ਤੁਸੀਂ ਜਿਹੜਾ ਸੀਗਾ ਹੁਣ ਜਿਹੜਾ ਉਸ ਤੋਂ ਬਾਅਦ ਮਹੱਲਾ ਪੰਜਵੇਂ ਦੇ ਵਿੱਚ ਹੀ ਫਿਰ ਆਪਣਾ ਕੀਤਾ ਹੈਗਾ ਮਹਾਰਾਜ ਰਾਗਦਾ ਜੀ, ਤੇ ਉਹਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ ਵੀ ਇਹ ਆਖਿਆ ਕਿ ਤੁਸੀਂ ਇਹ ਤੁਹਾਨੂੰ ਹੁਣ ਕਰਨਾ ਹੀ ਪਊਗਾ। ਮੈਨੂੰ ਤਾਂ ਇਹ ਲੱਗਾ ਕਿ ਸਾਨੂੰ ਜੇਕਰ ਹੁਣ ਨਹੀਂ ਕਰਦੇ ਤਾਂ ਸਾਨੂੰ ਇਹ ਕਰਨਾ ਹੀ ਹੁਣ ਚਾਹੀਦਾ ਕਿ ਅਸੀਂ ਆਪਣੇ ਅੰਦਰੋਂ ਮਨ ਦੀ ਖੁਰਾਕ ਜਿਹੜੀ ਹੈਗੀ ਆ ਉਹ ਪ੍ਰਾਪਤ ਕਰਨੀ ਹੀ ਪਊਗੀ। ਉਹ ਸਮਝਾ ਦਿਓ ਕਿ ਅੰਦਰੋਂ ਅੰਮ੍ਰਿਤ ਜਿਹੜਾ ਲੈਣਾ ਉਹ ਕਿੱਦਾਂ ਲੈਣਾ, ਇਹ ਤੁਸੀਂ ਸਮਝਾ ਦਿਓ ਜੀ। ਵੀਰ ਜੀ ਸਾਰੀ ਦੀ ਸਾਰੀ ਬਾਣੀ ਜਿਹੜੀ ਹੈਗੀ ਹੈ ਇਹ ਇਸੇ ਕੰਮ ਨੂੰ ਤਾਂ ਕਰਨ ਵਾਸਤੇ ਕਹਿ ਰਹੀ ਹੈ ਸਾਰੀ ਦੀ ਸਾਰੀ ਬਾਣੀ। ਹਾਂਜੀ ਹਾਂ, ਇਹ ਆਪਣੇ ਉੱਤੇ ਵੀਰ ਜੀ ਦੇਖੋ, ਇਹ ਜਿਹੜੀ ਇੰਡੀਵਿਜੂਅਲ ਆਪਣੇ ਉੱਤੇ ਹੈਗੀ ਆ, ਆਪਾਂ ਨੇ ਆਪਣੇ ਵਾਸਤੇ ਸਾਰਾ ਕੁਝ ਕਰਨਾ ਹੈ। ਆਪਣੀ ਇੰਡੀਵਿਜੂਅਲ ਹੈਗੀ ਆ, ਆਪਣੀ ਯਾਤਰਾ ਹੈਗੀ ਆ, ਹਰੇਕ ਦੀ ਇੰਡੀਵਿਜੂਅਲ ਯਾਤਰਾ ਹੈਗੀ ਆ ਆਪਣੀ। ਅਤੇ ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਆਪਾਂ ਨੇ ਮੋਲਡ ਕਰਨਾ ਹੈ। ਆ ਤੁਹਾਡਾ ਨਾ ਮਾਈਕ ਬੰਦ ਕਰ ਦੇਣਾ ਪਲੀਜ਼, ਆਵਾਜ਼ ਬ੍ਰੇਕ ਹੋ ਰਹੀ ਹੈ ਵੀਰ ਜੀ, ਉਹਨਾਂ ਨੂੰ ਕੋਈ ਮਾਈਕ ਬੰਦ ਕਰ। ਇੱਧਰੋਂ ਹੋ ਜਾਂਦਾ ਨਾ, ਇਸ ਸਿਗਨਲ ਦਾ ਹੋ ਜਾਂਦਾ। ਨਹੀਂ ਤੁਸੀਂ ਜਿਹੜੇ ਨਾ ਜਿਸ ਜਗ੍ਹਾ ਤੇ ਬੈਠਦੇ ਹੋ ਉੱਥੇ ਇਕਾਂਤ ਨਹੀਂ ਹੈਗਾ। ਹਾਂਜੀ ਇੱਕ ਸੈਕਿੰਡ ਜੀ ਮੈਂ ਕਰਦਾ ਜੀ, ਉਹਨਾਂ ਨੂੰ ਕੋਈ ਮਾਈਕ ਬੰਦ ਕਰ ਲਓ। ਨਹੀਂ ਉਹ ਮੈਂ ਕਰਦਾ ਇੱਕ ਮਿੰਟ ਮੈਂ ਆਪਣਾ ਹਾਂਜੀ ਵੀਰ ਜੀ ਕੁਛ ਨਹੀਂ ਸੁਣਿਆ, ਜਿਹੜਾ ਕੁਛ ਤੁਸੀਂ ਕਿਹਾ ਨਾ ਕੁਛ ਨਹੀਂ ਸੁਣਿਆ। ਦੇਖੋ ਇਹਦੇ ਵਿੱਚ ਜਿਹੜਾ ਹੈਗਾ ਇਹ ਯਾਤਰਾ ਜਿਹੜੀ ਹੈਗੀ ਇੰਡੀਵਿਜੂਅਲ ਹੈਗੀ ਆਪਣੀ। ਇਹ ਆਪਾਂ ਦੂਸਰੇ ਨੂੰ ਥੋੜ੍ਹੀ ਨਾ ਕਹਿ ਸਕਦੇ ਹਾਂ ਕਿ ਦੂਸਰੇ ਨੇ ਜਿਹੜਾ ਹੈਗਾ ਇਸ ਤਰ੍ਹਾਂ ਕਰਨਾ ਹੈ, ਉਹਨੇ ਇਸ ਤਰ੍ਹਾਂ ਜੇ ਨਹੀਂ ਕਰਦੇ ਤੇ ਨਹੀਂ ਕਰਦੇ। ਆਪਾਂ ਆਪਣੇ ਆਪ ਨੂੰ ਕਹਿਣਾ ਹੈ। ਆਪਾਂ ਹੈਗੇ ਆ ਜਿਹੜੇ ਹੈਗੇ ਆ ਆਪਣੀ ਯਾਤਰਾ ਦੇ ਮਾਲਕ ਆਪਾਂ ਇੰਡੀਵਿਜੂਅਲ ਹੈਗੇ ਆ, ਆਪਣੇ ਮਾਲਕ ਆਪ ਹੈਗੇ ਆਪਾਂ। ਦੂਸਰਾ ਤਾਂ ਜਿਹੜਾ ਹੈਗਾ ਆਪਣੇ ਤੋਂ ਜਿਹੜਾ ਹੈਗਾ ਜਿਹੜੀ ਤੁਹਾਡੇ ਤੋਂ ਖੁਸ਼ਬੂ ਆਏਗੀ ਅਤੇ ਦੂਸਰਾ ਜਿਹੜਾ ਹੈਗਾ ਤੁਹਾਡੇ ਔਰੇ ਤੋਂ ਆਟੋਮੈਟੀਕਲੀ ਜਿਹੜਾ ਹੈਗਾ ਅਗਲੇ ਨੂੰ ਸੇਧ ਮਿਲ ਜਾਏਗੀ। ਆਪਣੇ ਆਪ ਨੂੰ ਆਪਾਂ ਨੇ ਚੇਂਜ ਕਰਨਾ ਹੈ, ਬਸ ਪਹਿਲੀ ਗੱਲ ਇਹ ਹੈਗੀ ਜੀ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਜੋ ਗੁਰੂ ਦੀ ਮੱਤ ਕਹਿ ਰਹੀ ਆ ਬਈ ਇੱਕ ਅੱਖਰ ਜਿਹੜਾ ਹੈਗਾ ਜਪਣਾ, ਕਿਉਂਕਿ ਜੀ ਜਿਹੜੀ ਬਾਣੀ ਜਿਹੜੀ ਹੈਗੀ ਜਪ ਤੋਂ ਹੀ ਸ਼ੁਰੂ ਹੁੰਦੀ ਆ। ਦੇਖ ਲਓ ਜਪ ਲਿਖਿਆ, 2 ਡੰਡੀਆਂ ਇੱਧਰ 2 ਡੰਡੀਆਂ ਇੱਧਰ, ਜਪਣਾ ਤਾਂ ਪਊਗਾ ਭਾਈ। ਜਪਣਾ ਕੀ ਹੁੰਦਾ? ਬਾਰ-ਬਾਰ ਜਿਹੜਾ ਹੈਗਾ ਬੋਲਣਾ। ਅਤੇ ਉਹ ਜਿਹੜਾ ਹੈ ਔਰ ਭਗਤੀ ਜਿਹੜੀ ਮਨ ਦੀ ਹੈਗੀ, ਮਨ ਜਿਹੜਾ ਹੈਗਾ ਇਹ ਬਾਰ-ਬਾਰ ਘੁੰਮਦਾ ਹੈਗਾ ਵਿਚਾਰਾਂ ਦੇ ਵਿੱਚ, ਜਾਲ ਦੇ ਵਿੱਚ। ਇਹਨੂੰ ਟਰੈਪ ਕਰਨ ਦੇ ਵਾਸਤੇ ਜਿਹੜਾ ਹੈਗਾ ਇੱਕ ਅੱਖਰ ਬੋਲਦੇ ਹਾਂ ਆਪਾਂ ਔਰ ਉਹਨੂੰ ਸੁਣਨਾ ਹੈਗਾ ਭਾਈ। ਜੋ ਬੋਲਦੇ ਹਾਂ ਉਹਨੂੰ ਸੁਣਾਂਗੇ ਅਤੇ ਫਿਰ ਜਿਹੜਾ ਹੈਗਾ ਅੰਦਰ ਸ਼ਬਦ ਗੁਰੂ ਅੰਦਰ ਆਪਣੇ ਪ੍ਰਗਟ ਹੋ ਜਾਏਗਾ ਆਟੋਮੈਟੀਕਲੀ। ਜਿਹੜਾ ਹੈਗਾ ਜਿਹੜਾ ਵੀ ਇਸ ਤਰ੍ਹਾਂ ਯਾਤਰਾ ਸ਼ੁਰੂ ਕਰਦਾ ਹੈ ਔਰ ਦਿਲੋਂ ਜਿਹੜਾ ਹੈਗਾ ਜਿਹਦੇ ਅੰਦਰ ਦਿਲੋਂ ਚੱਲਣ ਦੀ ਇੱਛਾ ਹੈਗੀ ਅਤੇ ਉਹਦੇ ਅੰਦਰ ਜਿਹੜਾ ਹੈਗਾ ਇਹ ਨੈਕਸਟ ਜਿਹੜਾ ਹੈਗਾ ਉਹ 5 ਸ਼ਬਦ ਵਾਲਾ ਜਿਹੜਾ ਹੈਗਾ ਉਹ ਕਾਰਵਾਈ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਫਿਰ ਉਹ ਇੱਕ ਸ਼ਬਦ ਪ੍ਰਗਟ ਹੋ ਜਾਂਦਾ ਹੈ, ਫਿਰ ਪ੍ਰਕਾਸ਼ ਆ ਜਾਂਦਾ ਹੈ, ਨਾਦ ਆ ਜਾਂਦਾ, ਪ੍ਰਕਾਸ਼ ਆ ਜਾਂਦਾ। ਇਸ ਤਰ੍ਹਾਂ ਜਿਹੜੇ ਹੈਗੇ ਸ਼ਿਫਟ ਹੋਈ ਜਾਂਦਾ ਹੈ, ਇਸ ਤਰ੍ਹਾਂ ਅਵਸਥਾ ਉੱਪਰ ਹੋਈ ਜਾਂਦੀ ਹੈ। ਔਰ ਇਹ ਜਿਹੜੀ ਹੈਗੀ ਇਹ ਗਿਆਨ ਹੈਗਾ, ਸਾਰਾ ਦਾ ਸਾਰਾ ਗਿਆਨ ਹੈਗਾ। ਗਿਆਨ ਲਈ ਜਾਵਾਂਗੇ ਅਤੇ ਇਹਦੇ ਨਾਲ ਜਿਹੜਾ ਹੈਗੇ ਆਪਾਂ ਇਹ ਜਿਹੜਾ ਸ਼ਬਦ ਗਿਆਨ ਆ ਜਾਏਗਾ ਆਪਣੇ ਕੋਲ। ਸ਼ਬਦ ਜਿਹੜਾ ਹੈਗੇ ਸ਼ਬਦਾਂ ਦੇ ਬਾਰੇ ਜਿਹੜੇ ਹੈ ਗਿਆਨ ਦੇ ਬਾਰੇ ਜਿਹੜੇ ਹੈਗੇ ਆਪਾਂ ਜਾਣਕਾਰ ਹੋ ਜਾਵਾਂਗੇ, ਦੂਸਰੇ 'ਤੇ ਪ੍ਰਭਾਵ ਪਾ ਲਾਂਗੇ। ਪਰ ਇਹਦੇ ਨਾਲ ਫਰਕ ਆਪਾਂ ਨੂੰ ਇੰਡੀਵਿਜੂਅਲ ਤਾਂ ਕੋਈ ਵੀ ਫਰਕ ਨਹੀਂ ਪੈਣਾ ਇਹਦੇ ਨਾਲ। ਆਪਣੀ ਇੰਡੀਵਿਜੂਅਲ ਚੜ੍ਹਾਈ ਨਹੀਂ ਹੋਣੀ ਇਹਦੇ ਨਾਲ। ਉਹ ਹੋਣੀ ਹੈ ਜੇ ਆਪਾਂ ਪ੍ਰੈਕਟੀਕਲ ਕਰਾਂਗੇ ਜੋ ਗੁਰੂ ਕਹਿ ਰਿਹਾ ਆ, ਜੋ ਉਹ ਕਰੇ ਜੇ ਗੁਰ ਫਰਮਾਇਆ। ਜਦ ਇਹ ਕੰਮ ਕਰਾਂਗੇ ਤਦ ਗੱਲ ਬਣਨੀ ਹੈ ਭਾਈ। ਬਸ ਆਹੀ ਹੈਗੀ ਜੀ। ਲਓ ਹੁਣ ਜ਼ਿਆਦਾ ਨਾ ਸਮਾਂ ਆਪਾਂ ਲਾਈਏ। ਵਾਹਿਗੁਰੂ
ਵਾਹਿਗੁਰੂ।